ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मानयोग गुरु प्यारे गुरु सवारे गुरमुख जनों, सिख मिशनरी कॉलेज वालों चल रही रोजाना गुरमत क्लास विच आप सारिਆਂ ਨੂੰ जी आया। जिस तरह आप जी ਨੂੰ पता है कि हर शुक्रवार ਅਸੀਂ ਭਗਤਾਂ ਦੇ ਭਗਤ ਸਾਹਿਬਾਨ ਦੇ ਉਹ ਸ਼ਬਦ ਜਿਹੜੇ ਸ਼ਬਦ ਕੋ ਥੋੜੇ ਕਠਿਨ ਹਨ, ਔਖੇ ਹਨ, ਉਹਨਾਂ ਸ਼ਬਦਾਂ ਦੀ ਵਿਚਾਰ ਕਰਦੇ ਹਾਂ। ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 326 ਦੇ ਉੱਤੇ ਜੋ ਸ਼ਬਦ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ, ਜਮ ਤੇ ਉਲਟ ਭੈ ਹੈ ਰਾਮ, ਦੁੱਖ ਬਿਨਸੇ ਸੁਖ ਕੀਓ ਬਿਸਰਾਮ। ਇਸ ਸ਼ਬਦ ਦੀ ਵਿਚਾਰ, ਸ਼ਬਦ ਦੇ ਅਰਥ, ਭਾਵ ਅਰਥ, ਉਚਾਰਨ, ਸਰਲੇਖ, ਇਹ ਸਾਰੀਆਂ ਵਿਚਾਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹਨ ਭੈਣ ਜੀ ਮਨਿੰਦਰ ਕੌਰ ਜੀ। ਮੈਂ ਭੈਣ ਜੀ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਸ਼ਬਦ ਵਿਚਾਰ ਆਰੰਭ ਕਰਨ। ਭੈਣ ਜੀ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਵੀਰ ਜੀ ਨੇ ਹੁਣੇ ਦੱਸਿਆ ਹੈ ਕਿ ਅਸੀਂ ਭਗਤ ਕਬੀਰ ਜੀ ਦੇ ਸ਼ਬਦ ਦੀ ਵਿਆਖਿਆ ਕਰ ਰਹੇ ਹਾਂ, ਤੇ ਇਹ ਜਿਹੜਾ ਸ਼ਬਦ ਹੈ ਇਸ ਦਾ ਸਿਰਲੇਖ ਹੈ ਗੌੜੀ ਕਬੀਰ ਜੀ ਤਿਪਦੇ ਚਾਰ ਤੁਕੇ। शब्द है जमते उलट भय है राम, दुख बिन से सुख कियो विश्राम। बैरी उलट भय है मीता, साकत उलट सुजन भय चीता। अब मोहे सर्व कुशल कर मान्या, शांत भई जब गोबिंद जान्या। रहाओ। ਤੇ ਇਸ ਸ਼ਬਦ ਵਿੱਚ ਸਿਰਲੇਖ ਦੀਆਂ ਕੁਝ ਖਾਸ ਕੰਡੀਸ਼ਨਸ ਹਨ। ਪਹਿਲੇ ਉਹਨਾਂ ਨੂੰ ਹੀ ਸਮਝਦੇ ਹਾਂ। ਗੌੜੀ ਕਬੀਰ ਜੀ ਤਿਪਦੇ ਚਾਰ ਤੁਕੇ। ਇਸ ਵਿੱਚ ਤਿਪਦੇ ਤੋਂ ਭਾਵ ਹੈ 3 ਪਦਿਆਂ ਵਾਲਾ ਸ਼ਬਦ। 17 ਤੋਂ ਪਹਿਲਾਂ ਜਦ ਅਸੀਂ ਸ਼ਬਦ ਵਿੱਚ ਦੇਖਦੇ ਹਾਂ ਤੇ 3 ਨੰਬਰ ਪਿਆ ਹੋਇਆ ਹੈ ਤੇ ਦੂਸਰੀ ਐਂਟਰੀ ਦਿੱਤੀ ਹੋਈ ਹੈ 4 ਤੁਕੇ। ਮਤਲਬ ਇੱਕ ਪਦੇ ਦੀਆਂ 4 ਪੰਕਤੀਆਂ ਹਨ। ਪਹਿਲੀ ਪੰਕਤੀ ਹੈ ਜਮ ਤੇ ਉਲਟ ਭਏ ਹੈ ਰਾਮ, ਦੂਜੀ ਹੈ ਦੁਖ ਬਿਨ ਸੇ ਸੁਖ ਕੀਓ ਵਿਸ਼ਰਾਮ, ਤੀਜੀ ਹੈ ਬੈਰੀ ਉਲਟ ਭਏ ਹੈ ਮੀਤਾ, ਤੇ ਚੌਥੀ ਹੈ ਸਾਕਤ ਉਲਟ ਸੁਜਨ ਭੈ ਚੀਤਾ। ਇਹ 4 ਪੰਕਤੀਆਂ ਇੱਕ ਪਦੇ ਵਿੱਚ ਹਨ। ਸਿਰਲੇਖ ਵਿੱਚ ਐਂਟਰੀ ਹੈ। ਇਸ ਤਰ੍ਹਾਂ ਦੇ ਸਿਰਲੇਖ ਕਈ ਥਾਵਾਂ ਤੇ ਸਤਿਗੁਰ ਪਾਤਸ਼ਾਹ ਨੇ ਦਿੱਤੇ ਹਨ। ਇਸ ਵਿੱਚ ਇੱਕ ਤਾਂ ਕਾਵਿਕ ਪੱਖ ਤੋਂ ਇਨਫੋ ਹੈ, ਜਾਣਕਾਰੀ ਹੈ। ਦੂਜੀ ਬਾਣੀ ਨੂੰ ਲੌਕਿੰਗ ਸਿਸਟਮ ਵਿੱਚ ਕਰਨ ਦੀ ਵੀ ਗੱਲ ਮਿਲਦੀ ਹੈ। ਜਿਵੇਂ ਕਿ ਹੁਣ 3 ਪਦਿਆਂ ਵਾਲਾ ਸ਼ਬਦ ਹੈ ਤੇ 3 ਪਦਿਆਂ ਵਾਲੇ ਸ਼ਬਦ ਵਿੱਚ ਕੋਈ ਬੰਦਾ ਜੇ ਬਾਤ ਕਾਟ ਕਰ ਦੇਵੇ ਤੇ ਉਹ ਪੋਸੀਬਲ ਨਹੀਂ ਹੋਵੇਗਾ। 3 ਪਦੇ ਹੀ ਚਾਹੀਦੇ ਨੇ ਤੇ ਨਾਲ 4 ਤੁਕੇ ਲਿਖਿਆ ਹੈ। ਇੱਕ ਪਦੇ ਵਿੱਚ 4 ਲਾਈਨਾਂ ਹਨ, ਜਾਂ ਇਸ ਤਰ੍ਹਾਂ ਕਹਿ ਲਈਏ ਕਿ 4 ਤੁਕਾਂ ਨੇ। 3 ਜਾਂ 2 ਲਾਈਨਾਂ ਨਾਲ ਕੋਈ ਕੁਝ ਕਰਨਾ ਚਾਹੇ ਤੇ ਉਸੇ ਵਕਤ ਪਤਾ ਲੱਗੇਗਾ ਕਿ ਇੱਥੇ ਕਿਸੇ ਨੇ ਛੇੜਛਾੜ ਕਰਨੇ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਪੋਇਟਿਕ ਲੈਵਲ ਦੀ ਕੰਡੀਸ਼ਨ ਹਨ ਉੱਥੇ ਲੌਕਿੰਗ ਸਿਸਟਮ ਵੀ ਹੈ, ਜਿਹੜਾ ਥੱਲੇ ਇਸ ਵਿੱਚ ਸ਼ਾਇਦ ਨਹੀਂ ਦਿਖ ਰਿਹਾ, ਲੇਕਿਨ ਜਦ ਅਸੀਂ ਉਹਦੇ ਗ੍ਰੰਥ ਸਾਹਿਬ ਵਿੱਚ ਦੇਖਦੇ ਹਾਂ ਤੇ ਉੱਥੇ ਲਿਖਿਆ ਮਿਲਦਾ ਹੈ ਕਿ 2 ਲਿਖਿਆ ਮਿਲਦਾ ਹੈ। ਇਸ ਦਾ ਮਤਲਬ ਹੈ 2 ਸ਼ਬਦ ਹਨ ਜਿਹੜੇ ਤਿਪਦੇ ਹਨ ਤੇ 4 ਤੁਕਾਂ ਵਾਲੇ ਹਨ। ਇੱਕ ਸ਼ਬਦ ਇਹ ਹੈ 4 ਤੁਕਾਂ ਵਾਲਾ ਜਿਹੜਾ ਅਸੀਂ ਸਮਝਦੇ ਪਏ ਹਾਂ, ਤੇ ਦੂਜਾ 18 ਨੰਬਰ ਦਾ ਸ਼ਬਦ ਹੈ, ਇਹ 4 ਪਦਿਆਂ ਵਾਲਾ ਹੈ। 4 ਪੰਕਤੀਆਂ ਪਹਿਲੇ ਪਦੇ ਵਿੱਚ, 4 ਦੂਜੇ ਤੇ ਤੀਜੇ ਪਦੇ ਵਿੱਚ, ਤੇ 4 ਚੌਥੇ ਪਦੇ ਵਿੱਚ। ਇਸ ਤੋਂ ਪਹਿਲੇ 5 ਪਦਾ ਵੀ ਆਇਆ ਸੀ। ਇਸ ਤੋਂ ਪਹਿਲੇ ਫਿਰ ਤਿਪਦੇ ਲਿਖ ਦਿੱਤਾ ਹੈ, ਗੌੜੀ ਕਬੀਰ ਜੀ ਤਿਪਦੇ। ਤੇ ਇੱਥੇ ਜੋ ਐਂਟਰੀ ਹੈ ਉਹ 15 ਦੀ ਲਿਖੀ ਹੈ। ਅਗਲੇ
ਜਿਹੜੇ 19 ਸ਼ਬਦ ਹਨ 19 ਤੋਂ ਲੈ ਕੇ 33 ਨੰਬਰ ਤੱਕ ਦੇ ਜਿਹੜੇ ਸੀਰੀਅਲ ਵਾਈਜ਼ ਸ਼ਬਦ ਹਨ, ਇਹ 3 ਪਦਿਆਂ ਵਾਲੇ ਸ਼ਬਦ ਨੇ। ਗੱਲ ਕਲੀਅਰ ਹੋਈ ਗਈ ਹੋਵੇਗੀ ਕਿ ਥਲਵੇਂ ਨੰਬਰ ਦਾ ਕੀ ਮਤਲਬ ਹੈ। ਇਹ ਉਚਾਰਨ ਵਿੱਚ ਨਹੀਂ ਆਉਂਦੇ, ਇਹਨਾਂ ਨੂੰ ਲਟਕਵੇਂ ਨੰਬਰ ਕਹਿੰਦੇ ਨੇ। ਲਟਕਵੇਂ ਨੰਬਰ 2 ਰੂਪਾਂ ਵਿੱਚ ਬਾਣੀ ਵਿੱਚ ਦੇਖਣ ਨੂੰ ਮਿਲਦੇ ਨੇ। ਇੱਕ ਰਾਗ ਦੇ ਥੱਲੇ ਲਿਖਿਆ ਮਿਲਦਾ ਹੈ, ਉਹ ਘਰ ਦੀ ਇੰਡੀਕੇਸ਼ਨ ਦਿੰਦਾ ਹੈ। ਜਦੋਂ ਪਦਿਆਂ ਤੁਕਿਆਂ ਦੇ ਥੱਲੇ ਲਿਖਿਆ ਮਿਲਦਾ ਹੈ, 4 ਤੁਕੇ, 5 ਪਦੇ, 2 ਤੁਕੇ, 1 ਤੁਕਾ, ਕਿਸੇ ਦੇ ਥੱਲੇ ਵੀ ਲਟਕਵਾਂ ਨੰਬਰ ਲਿਖਿਆ ਮਿਲਦਾ ਹੈ, ਤਾਂ ਉਹ ਅੱਗੇ ਚੱਲ ਰਹੇ ਸ਼ਬਦਾਂ ਦੀ ਸੀਰੀਅਲ ਵਾਈਜ਼ ਗਿਣਤੀ ਦੱਸਦਾ ਹੈ। ਕਿਸੇ 1-2 ਥਾਵਾਂ ਤੇ 15 ਵੀ ਲਿਖਿਆ ਹੋਇਆ ਹੈ। 19 ਨੰਬਰ ਤੋਂ ਲੈ ਕੇ ਜਿਹੜੇ 15 ਸ਼ਬਦ ਨੇ ਉਹ ਸੀਰੀਅਲ ਵਾਈਜ਼ 3 ਪਦਿਆਂ ਵਾਲੇ ਨੇ। ਗੱਲ ਕਲੀਅਰ ਹੋ ਗਈ ਹੋਏਗੀ ਕਿ ਥੱਲੇ ਲਿਖੇ ਨੰਬਰ ਦਾ ਕੀ ਮਤਲਬ ਹੈ। ਇਹ ਪੜੇ ਨਹੀਂ ਜਾਂਦੇ, ਇਹਨਾਂ ਨੂੰ ਲਮਕਵੇਂ ਜਾਂ ਲਟਕਵੇਂ ਨੰਬਰ ਕਿਹਾ ਜਾਂਦਾ ਹੈ। ਲਟਕਵੇਂ ਨੰਬਰ 2 ਰੂਪਾਂ ਦੇ ਵਿੱਚ ਬਾਣੀ ਦੇ ਵਿੱਚ ਆਉਂਦੇ ਨੇ। ਇੱਕ ਜਿਸ ਤਰ੍ਹਾਂ ਇਹ ਜੋ ਅਸੀਂ ਦੇਖ ਰਹੇ ਹਾਂ, ਤੇ ਇੱਕ 5 ਪਦਿਆਂ ਵਾਲਾ ਹੈ, ਤੇ ਇਸ ਤੋਂ ਪਹਿਲੇ 16 ਨੰਬਰ ਦਾ ਸ਼ਬਦ 6 ਪਦਿਆਂ ਵਾਲਾ ਸੀ। ਕਿਸੇ ਥਾਂ ਦੇ ਉੱਤੇ ਗੌੜੀ ਰਾਗ ਦੇ ਥੱਲੇ ਲਟਕਵਾਂ ਨੰਬਰ ਲਿਖਿਆ ਮਿਲਦਾ ਹੈ। ਜਿੱਥੇ ਰਾਗ ਦੇ ਥੱਲੇ ਲਿਖਿਆ ਮਿਲਦਾ ਹੈ, ਉੱਥੇ ਇਹ ਲਟਕਵਾਂ ਨੰਬਰ ਸ਼ਬਦਾਂ ਦੀ ਗਿਣਤੀ ਨਹੀਂ ਦੇ ਰਿਹਾ, ਉੱਥੇ ਇੰਡੀਕੇਸ਼ਨ ਮਿਲ ਰਹੀ ਹੈ ਕਿ ਇਹ ਕਿਹੜੇ ਘਰ ਦੇ ਵਿੱਚ ਸ਼ਬਦ ਦਾ ਗਾਇਨ ਕਰਨਾ ਹੈ। साउंड बंद हो गई। 19 ਤੋਂ ਲੈ ਕੇ 33 ਨੰਬਰ ਤੱਕ ਸੀਰੀਅਲ ਵਾਈਜ਼ 3 ਪਦਿਆਂ ਵਾਲੇ ਸ਼ਬਦ ਨੇ। ਗੱਲ ਕਲੀਅਰ ਹੋ ਗਈ ਹੋਏਗੀ ਕਿ ਥਲਵੇਂ ਨੰਬਰ ਦਾ ਕੀ ਮਤਲਬ ਹੈ। ਇਹ ਉਚਾਰਨ ਵਿੱਚ ਨਹੀਂ ਆਉਂਦੇ, ਇਹਨਾਂ ਨੂੰ ਲਟਕਵੇਂ ਨੰਬਰ ਕਹਿੰਦੇ ਨੇ। ਲਟਕਵੇਂ ਨੰਬਰ 2 ਰੂਪਾਂ ਵਿੱਚ ਬਾਣੀ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਇੱਕ ਰਾਗ ਦੇ ਥੱਲੇ ਮਿਲਦਾ ਹੈ, ਉਹ ਘਰ ਦੀ ਇੰਡੀਕੇਸ਼ਨ ਦਿੰਦਾ ਹੈ। ਜਦੋਂ ਪਦਿਆਂ ਤੁਕਿਆਂ ਦੇ ਥੱਲੇ ਲਿਖਿਆ ਮਿਲਦਾ ਹੈ, 4 ਤੁਕੇ, 5 ਪਦੇ, 2 ਤੁਕੇ, 1 ਤੁਕਾ, ਕਿਸੇ ਦੇ ਥੱਲੇ ਵੀ ਲਟਕਵਾਂ ਨੰਬਰ ਲਿਖਿਆ ਮਿਲਦਾ ਹੈ, ਤਾਂ ਉਹ ਅੱਗੇ ਚੱਲ ਰਹੇ ਸ਼ਬਦਾਂ ਦੀ ਸੀਰੀਅਲ ਵਾਈਜ਼ ਗਿਣਤੀ ਦੱਸਦਾ ਹੈ। ਕਿਸੇ 1-2 ਥਾਵਾਂ ਤੇ 15 ਵੀ ਲਿਖਿਆ ਹੋਇਆ ਹੈ। 19 ਨੰਬਰ ਤੋਂ ਲੈ ਕੇ ਜਿਹੜੇ 15 ਸ਼ਬਦ ਨੇ ਉਹ ਸੀਰੀਅਲ ਵਾਈਜ਼ 3 ਪਦਿਆਂ ਵਾਲੇ ਨੇ। ਤੇ ਗੱਲ ਕਲੀਅਰ ਹੋ ਗਈ ਹੋਏਗੀ ਕਿ ਥੱਲੇ ਲਿਖੇ ਨੰਬਰ ਦਾ ਕੀ ਮਤਲਬ ਹੈ। ਇਹ ਪੜੇ ਨਹੀਂ ਜਾਂਦੇ, ਇਹਨਾਂ ਨੂੰ ਲਮਕਵੇਂ ਜਾਂ ਲਟਕਵੇਂ ਨੰਬਰ ਕਿਹਾ ਜਾਂਦਾ ਹੈ। ਲਟਕਵੇਂ ਨੰਬਰ 2 ਰੂਪਾਂ ਦੇ ਵਿੱਚ ਬਾਣੀ ਦੇ ਵਿੱਚ ਆਉਂਦੇ ਨੇ। ਇੱਕ ਜਿਸ ਤਰ੍ਹਾਂ ਇਹ ਜੋ ਅਸੀਂ ਦੇਖ ਰਹੇ ਹਾਂ ਸ਼ਬਦ, ਫਿਰ ਇੱਕ 5 ਪਦਿਆਂ ਵਾਲਾ ਹੈ, ਤੇ ਇਸ ਤੋਂ ਪਹਿਲੇ 16 ਨੰਬਰ ਦਾ ਸ਼ਬਦ 6 ਪਦਿਆਂ ਵਾਲਾ ਸੀ। ਕਿਸੇ ਥਾਂ ਦੇ ਉੱਤੇ ਗੌੜੀ ਰਾਗ ਦੇ ਥੱਲੇ ਲਟਕਵਾਂ ਨੰਬਰ ਲਿਖਿਆ ਮਿਲਦਾ ਹੈ। ਜਿੱਥੇ ਰਾਗ ਦੇ ਥੱਲੇ ਲਿਖਿਆ ਮਿਲਦਾ ਹੈ, ਉੱਥੇ ਲਟਕਵਾਂ ਨੰਬਰ ਸ਼ਬਦਾਂ ਦੀ ਗਿਣਤੀ ਨਹੀਂ ਦੇ ਰਿਹਾ, ਉੱਥੇ ਇੰਡੀਕੇਸ਼ਨ ਮਿਲ ਰਹੀ ਹੈ ਕਿ ਇਹ ਕਿਹੜੇ ਘਰ ਦੇ ਵਿੱਚ ਸ਼ਬਦ ਗਾਇਨ ਕਰਨਾ ਹੈ। ਕਿਉਂਕਿ ਗੌੜੀ ਰਾਗ ਦੇ ਵਿੱਚ ਕਿਸੇ ਵੀ ਸ਼ਬਦ ਦੇ ਸਿਰਲੇਖ ਵਿੱਚ ਘਰ ਲਿਖਿਆ ਨਹੀਂ ਦਿੱਤਾ ਹੋਇਆ। ਜਦੋਂ ਵੀ ਲਟਕਵਾਂ ਨੰਬਰ ਰਾਗ ਦੇ ਥੱਲੇ ਲਿਖਿਆ ਮਿਲਦਾ ਹੈ, ਤੇ ਉਹ ਜੋ ਸ਼ਬਦ ਅੱਗੇ ਚੱਲ ਰਹੇ ਹਨ ਉਹਨਾਂ ਦੀ ਸੀਰੀਅਲ ਵਾਈਜ਼ ਗਿਣਤੀ ਦੱਸਦਾ ਹੈ। ਇਹ ਇੱਕ ਬੇਸਿਕ ਹੈ, ਕਿਤੇ 1-2 ਥਾਵਾਂ ਤੇ ਕਨਫਿਊਜ਼ਨ ਵੀ ਆਉਂਦਾ ਹੈ, ਅਦਰਵਾਈਜ਼ ਇਹ ਇੱਕ ਸਟੈਂਡਰਡ ਫਾਰਮੈਟ ਹੈ। ਇਹਨਾਂ ਨੂੰ ਭਾਵੇਂ ਰਾਗ ਦੇ ਥੱਲੇ ਲਿਖੇ ਹੋਣ ਤੇ ਭਾਵੇਂ ਤਿਪ ਦੇ 4 ਤੁਕੇ ਦੇ ਜਾਂ 5 ਪਦੇ ਦੇ ਥੱਲੇ ਲਿਖੇ ਹੋਣ, ਇਹਨਾਂ ਨੂੰ ਲਟਕਵੇਂ ਨੰਬਰ ਕਹਿੰਦੇ ਨੇ। ਤੇ 2 ਹਾਲਾਤਾਂ ਵਿੱਚ ਇਹਨਾਂ ਦਾ ਹਿਸਾਬ ਕੀਤਾ ਜਾਂਦਾ ਹੈ। ਇੱਕ ਰਾਗ ਦੇ ਥੱਲੇ ਜਿੱਥੇ ਘਰ ਦੀ ਇੰਡੀਕੇਸ਼ਨ ਦਿੰਦੇ ਨੇ, ਤੇ ਗੌੜੀ ਦੇ ਥੱਲੇ ਜੇ 5 ਲਿਖਿਆ ਹੋਏਗਾ ਤੇ ਗੌੜੀ ਘਰ 5ਵਾਂ ਹੋਵੇਗਾ, ਜੇ 2 ਲਿਖਿਆ ਹੋਏਗਾ ਤੇ ਗੌੜੀ ਘਰ ਦੂਜਾ ਹੋਵੇਗਾ। ਹੁਣ ਸ਼ਬਦ ਦੀ ਵਿਚਾਰ ਕਰਦੇ ਹਾਂ। ਪਹਿਲਾਂ ਰਹਾਉ ਦੀ ਪੰਕਤੀ ਦੀ ਵਿਚਾਰ ਕਰਾਂਗੇ। ਇਸ ਸ਼ਬਦ ਦੀ ਰਹਾਉ ਦੀ ਪੰਕਤੀਆਂ ਵਿੱਚ ਕਬੀਰ ਜੀ ਕਹਿੰਦੇ ਨੇ, ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ, ਸ਼ਾਂਤ ਭਈ ਜਬ ਗੋਬਿੰਦ ਜਾਣਿਆ। ਰਹਾਉ।
ਮੰਮੇ ਨੂੰ ਹੋੜਾ ਤੇ ਹਾਏ ਨੂੰ ਸਿਆਰੀ ਹੈ, ਇਸ ਨੂੰ ਮੋਹੇ ਪੜਿਆ ਹੈ। ਪਰ ਐਸੀਆਂ ਵੀ ਥਾਵਾਂ ਬੜੀਆਂ ਆਉਂਦੀਆਂ ਨੇ ਜਿੱਥੇ ਇਸੇ ਤਰ੍ਹਾਂ ਮੰਮੇ ਨੂੰ ਹੋੜਾ ਤੇ ਹਾਏ ਨੂੰ ਸਿਆਰੀ ਲਿਖੀ ਹੁੰਦੀ ਹੈ, ਪਰ ਉੱਥੇ ਸਿਆਰੀ ਪੜ੍ਹੀ ਨਹੀਂ ਜਾਂਦੀ, ਉੱਥੇ ਮੋਹ ਕਰਕੇ ਪੜਿਆ ਜਾਂਦਾ ਹੈ। ਇੱਥੇ ਮੋਹ ਦਾ ਮਤਲਬ ਆਪਣੇ ਵਾਸਤੇ ਆਇਆ ਹੈ, ਮੈਨੂੰ। ਜਿੱਥੇ ਸਿਹਾਰੀ ਦਾ ਉਚਾਰਨ ਨਹੀਂ ਕਰਦੇ ਉੱਥੇ ਮੋਹ ਦੀ ਗੱਲ ਹੁੰਦੀ ਹੈ। ਜਦੋਂ ਇੱਕ ਸ਼ਬਦ ਦੇ ਇੱਕ ਤੋਂ ਜ਼ਿਆਦਾ ਅਰਥ ਹੁੰਦੇ ਨੇ ਤੇ ਉਦੋਂ ਸ਼ਬਦ ਦੇ ਪ੍ਰਕਰਣ ਮੁਤਾਬਕ ਕਿਸੇ ਥਾਂ ਤੇ ਉਚਾਰਨ ਡਿਫਰੈਂਟ ਹੁੰਦੇ ਨੇ। ਕਈ ਥਾਵਾਂ ਤੇ ਪ੍ਰਕਰਣ ਮੁਤਾਬਕ ਉਚਾਰਨ ਵਿੱਚ ਫਰਕ ਨਹੀਂ ਹੁੰਦਾ, ਪਰ ਅਰਥ ਵੱਖਰੇ ਹੁੰਦੇ ਨੇ। ਤੇ ਕਿਤੇ ਅਰਥ ਵੀ ਵੱਖਰਾ ਹੁੰਦਾ ਹੈ ਤੇ ਉਚਾਰਨ ਵੀ ਵੱਖਰਾ ਹੁੰਦਾ ਹੈ। ਹੁਣ ਇੱਥੇ ਮੋਹ ਨਾਉਨ ਹੈ। ਜਦੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਲੈਵਲ ਤੇ ਆਂਦਾ ਹੈ ਉੱਥੇ ਵੀ ਨਾਉਨ ਹੈ, ਦੋਨੋਂ ਜਗ੍ਹਾ ਤੇ ਨਾਉਨ ਹੈ। ਪਰ ਵਿਕਾਰਾਂ ਵਾਸਤੇ ਜਦੋਂ ਆਂਦਾ ਹੈ ਉਦੋਂ ਇਹ ਸਿਆਰੀ ਨਾਲ ਆਂਦਾ ਹੈ ਤੇ ਗੱਲ ਆਪਣੀ ਕਰ ਰਹੇ ਹੁੰਦੇ ਆ, ਉਦੋਂ ਕਾਰਕੀ ਸੰਬੰਧਕ ਟ੍ਰੀਟ ਹੁੰਦਾ ਹੈ। ਮੋਹੇ ਮਤਲਬ ਮੈਨੂੰ, ਇਹ ਨਾਉਨ ਹੈ ਪਰ ਕਾਰਕੀ ਸੰਬੰਧਕ ਹੈ। 4 ਸੰਬੰਧਕ ਕਾਰਕੀ ਲੈਵਲ ਦੇ ਨਾਉਨ ਦੇ ਨਾਲ ਲੱਗਦੇ ਨੇ ਜਿਨ੍ਹਾਂ ਵਿੱਚ ਸਿਹਾਰੀ ਪੈਂਦੀ ਹੈ। ਕਰਤਾ ਕਾਰਕ, ਕਰਨ ਕਾਰਕ, ਅਧਿਕਰਨ ਕਾਰਕ, ਅਪਾਦਾਨ ਕਾਰਕ ਤੇ ਇੱਕ ਦਾ ਅਰਥ ਹੁੰਦਾ ਹੈ ਨੇ। ਜਿੱਥੇ ਕਰਤਾ ਕਾਰਕ ਹੁੰਦਾ ਹੈ ਉੱਥੇ ਨੇ, ਮੈਂ ਨੇ, ਮੈਨੂੰ, ਇਹ ਕਰਤਾ ਕਾਰਕ ਹੈ। ਇਹ ਕਰਤਾ ਕਾਰਕ ਦੇ ਲੈਵਲ ਦਾ ਲਫ਼ਜ਼ ਹੈ। ਅਰਥ ਦੇਖਦੇ ਹਾਂ। ਕਬੀਰ ਸਾਹਿਬ ਜੀ ਕਹਿੰਦੇ ਨੇ, ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ, ਸ਼ਾਂਤ ਭਈ ਜਬ ਗੋਬਿੰਦ ਜਾਣਿਆ ਰਹਾਓ। ਹੁਣ ਮੈਨੂੰ ਜਾਂ ਮੈਨੇ ਹਰ ਪਾਸੇ ਹਰ ਗੱਲ ਨੂੰ ਕੁਸ਼ਲ ਦਾ ਮਤਲਬ ਕੀ ਹੁੰਦਾ ਹੈ? ਠੀਕ। ਜਦੋਂ ਪੁਰਾਣੇ ਵਕਤਾਂ ਵਿੱਚ ਕਿਲੇ ਹੁੰਦੇ ਸਨ ਤੇ ਕਿਲਿਆਂ ਦੇ ਸਿਪਾਹੀ ਪਹਿਰਾ ਦਿੰਦੇ ਸਨ ਜਾਂ ਚੌਕੀਦਾਰ ਹੁੰਦੇ ਸਨ ਤੇ ਰਾਤ ਨੂੰ ਜਦੋਂ ਕਿਲੇ ਵਿੱਚ ਸਾਰੇ ਸੁੱਤੇ ਹੁੰਦੇ ਸਨ ਤੇ ਜਿਹੜੇ ਚੌਕੀਦਾਰ ਦੀ ਡਿਊਟੀ ਹੁੰਦੀ ਸੀ ਉਹ ਥੋੜੀ ਦੇਰ ਬਾਅਦ ਆਊਟਰ ਦੀਵਾਰ ਤੇ ਚੱਲਦਾ ਹੋਇਆ ਉੱਚੀ ਆਵਾਜ਼ ਵਿੱਚ ਕਹਿੰਦਾ ਸੀ ਕਿ ਸਭ ਅੱਛਾ ਹੈ, ਇਹ ਕੁਸ਼ਲ ਦੀ ਗੱਲ ਹੈ। ਕਬੀਰ ਸਾਹਿਬ ਜੀ ਕਹਿੰਦੇ ਹਨ, ਹੁਣ ਮੈਨੂੰ ਸਭ ਕੁਝ ਠੀਕ ਲੱਗ ਰਿਹਾ ਹੈ, ਮੇਰਾ ਮਨ ਕਹਿੰਦਾ ਹੈ ਸਭ ਠੀਕ ਹੈ। ਇਹ ਜਿਹੜੀ ਕੰਡੀਸ਼ਨ ਹੈ ਕਿ ਸਭ ਠੀਕ ਕਿਵੇਂ ਹੈ? ਕੋਈ ਮਨੁੱਖ ਐਸਾ ਨਹੀਂ ਹੈ ਕਿ ਜਿਸ ਨੂੰ ਜ਼ਿੰਦਗੀ ਦੇ ਵਿੱਚ ਸੁੱਖ ਨਾ ਆਣ ਤੇ ਕੋਈ ਮਨੁੱਖ ਐਸਾ ਵੀ ਨਹੀਂ ਜਿਸ ਨੂੰ ਜ਼ਿੰਦਗੀ ਦੇ ਵਿੱਚ ਦੁੱਖ ਨਾ ਆਣ। ਕਦੀ ਖੁਸ਼ੀ ਦਾ ਸਮਾਂ ਹੈ, ਕਦੀ ਗਮੀ ਦਾ ਸਮਾਂ ਹੈ। ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਇਸ ਦਾ ਅਰਥ ਕੀ ਨਿਕਲਿਆ? ਇਸ ਦਾ ਅਰਥ ਸਿੱਧਾ ਸਾਦਾ ਸਪਸ਼ਟ ਇਹ ਨਿਕਲਦਾ ਹੈ ਕਿ ਮੈਂ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣਾ ਸਿੱਖ ਲਿਆ ਹੈ। ਜੇ ਸੁੱਖ ਹੈ ਤਾਂ ਵੀ ਮੈਂ ਆਕੜਦਾ ਨਹੀਂ, ਹੰਕਾਰ ਵਿੱਚ ਨਹੀਂ ਆਂਦਾ। ਜੇ ਦੁੱਖ ਹੈ ਤਾਂ ਵੀ ਮੈਂ ਪਰੇਸ਼ਾਨ ਨਹੀਂ ਹੁੰਦਾ, ਡਿਪਰੈਸ਼ਨ ਵਿੱਚ ਨਹੀਂ ਆਂਦਾ। ਮੈਂ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਸਿੱਖ ਲਿਆ ਹੈ। ਇਸ ਵਾਸਤੇ ਜਿਹੋ ਜਿਹਾ ਵੀ ਸਮਾਂ ਆਉਂਦਾ ਹੈ ਮੈਂ ਰੱਬ ਨੂੰ ਕਦੀ ਸ਼ਿਕਾਇਤ ਨਹੀਂ ਕਰਦਾ, ਕੋਈ ਉਸਦੇ ਅੱਗੇ ਕੰਪਲੇਨ ਨਹੀਂ ਕਰਦਾ। ਮੈਂ ਉਹਦੀ ਰਜ਼ਾ ਵਿੱਚ ਰਾਜੀ ਰਹਿੰਦਾ ਹਾਂ, ਸ਼ੁਕਰ ਵਿੱਚ ਰਹਿੰਦਾ ਹਾਂ। ਰੱਬ ਜੀ ਤੁਹਾਡਾ ਸ਼ੁਕਰ ਹੈ। ਇਹ ਸ਼ੁਕਰ ਵਾਲੀ ਅਵਸਥਾ ਕਦੋਂ ਤੇ ਕਿਵੇਂ ਬਣ ਸਕਦੀ ਹੈ? ਜਦੋਂ ਮਨੁੱਖ ਆਪਣੇ ਆਪ ਨੂੰ ਚੈੱਕ ਕਰਦਾ ਹੈ, ਕੰਪੇਅਰ ਕਰਦਾ ਹੈ ਉਹਨਾਂ ਪਰਿਵਾਰਾਂ ਨਾਲ, ਉਹਨਾਂ ਮਨੁੱਖਾਂ ਨਾਲ ਜਿਹੜੇ ਉਸ ਤੋਂ ਹਾਇਰ ਲੈਵਲ ਤੇ ਜ਼ਿੰਦਗੀ ਜਿਉਂਦੇ ਪਏ ਨੇ। ਮੇਰੇ ਕੋਲ ਤੇ 2 ਕਮਰਿਆਂ ਦਾ ਮਕਾਨ ਹੈ, ਉਹਦੇ ਕੋਲ 4 ਕਮਰਿਆਂ ਦਾ ਹੈ। ਮੇਰੇ ਕੋਲ ਆਰਡੀਨਰੀ ਕਾਰ ਹੈ, ਉਹਦੇ ਕੋਲ ਇਸ ਮਾਡਲ ਦੀ ਵਧੀਆ ਕਾਰ ਹੈ। ਉਦੋਂ ਫਿਰ ਕੀ ਹੁੰਦਾ ਹੈ, ਮੇਰੇ ਹਾਲਾਤ ਤੇ ਉਹੀ ਨੇ ਜੋ ਮੇਰੇ ਨੇ ਤੇ ਦੂਜੇ ਦੇ ਵੀ ਉਹ ਨੇ ਜੋ ਉਹਦੇ ਨੇ। ਪਰ ਮੇਰੇ ਅੰਦਰ ਇੱਕ ਅਪਸੈਟ ਦੀ ਭਾਵਨਾ ਆ ਜਾਂਦੀ ਹੈ। ਫਿਰ ਮੈਂ ਸ਼ਿਕਾਇਤ ਕਰਾਂ, ਰੱਬ ਜੀ ਤੁਸੀਂ ਮੇਰੇ ਕੋਲ ਉਸ ਕੋਲ ਇੰਨਾ ਜ਼ਿਆਦਾ ਕਿਉਂ ਹੈ ਤੇ ਮੇਰੇ ਕੋਲ ਇੰਨਾ ਥੋੜਾ ਕਿਉਂ ਹੈ? ਉਸ ਵਕਤ ਅਸੀਂ ਸਰਬ ਕੁਸ਼ਲ ਵਾਲੀ ਅਵਸਥਾ ਤੋਂ ਬਾਹਰ ਹੋ ਜਾਂਦੇ ਹਾਂ। ਸਰਬ ਕੁਸ਼ਲ ਵਾਲੀ ਅਵਸਥਾ ਰਹਿੰਦੀ ਨਹੀਂ ਹੈ। ਜਦੋਂ ਮੈਂ ਆਪਣੇ ਤੋਂ ਲੋਅਰ ਸਾਈਡ ਵਾਲੇ ਵੱਲ ਦੇਖਦਾ ਹਾਂ ਤੇ ਫਿਰ ਸ਼ੁਕਰ ਮੂੰਹੋਂ ਨਿਕਲਦਾ ਹੈ ਕਿ ਰੱਬ ਜੀ ਤੁਸੀਂ ਮੈਨੂੰ ਕਿੰਨੀ ਬਖਸ਼ਿਸ਼ ਕੀਤੀ ਹੈ। ਕੁਝ ਇਸੀ ਤਰ੍ਹਾਂ ਦੀ ਭਾਵਨਾ ਦਾ ਪ੍ਰਗਟਾਵਾ ਕਬੀਰ ਜੀ ਇਨ੍ਹਾਂ ਰਾਹੋਂ ਦੀਆਂ ਪੰਕਤੀਆਂ ਵਿੱਚ ਕਰਦੇ ਪਏ ਨੇ। ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ,
शांत भई जब गोबिंद जानिया रहाओ। गोबिंद तो भावै धरती दा पालनहार, गोपाल तो भी इसी तरह पालन वाला। ते बिंद ਦਾ मतलब ਆਸਰਾ ਵੀ ਹੁੰਦਾ ਹੈ ਤੇ ਧਰਤੀ ਦਾ ਆਸਰਾ ਵੀ ਕਹਿ ਸਕਦੇ ਹਾਂ। ਕਹਿੰਦੇ ਨੇ ਜਦੋਂ ਮੈਨੂੰ ਰੱਬ ਦੇ ਸੁਭਾਅ ਦਾ, ਉਹਦੇ ਜ਼ਰੇ ਜ਼ਰੇ ਦੇ ਵਿੱਚ ਵਿਆਪਕ ਹੋਣ ਦਾ, ਰੱਬੀ ਗੁਣਾ ਵਾਲੇ ਸੁਭਾਅ ਦਾ ਮੈਨੂੰ ਪਤਾ ਲੱਗਾ, ਮੈਨੂੰ ਸਮਝ ਲੱਗੀ। परमात्मा रब जी मेहरबान ने, मिठ बोलड़े ने, दयालु ने, बख्शिंधन, निमरता वाले ਹਨ, ਸਭ ਨੂੰ ਪਿਆਰ ਕਰਨ ਵਾਲੇ ਨੇ। ਜਦੋਂ ਇਹਨਾਂ ਗੱਲਾਂ ਦੀ ਮੈਨੂੰ ਸਮਝ ਆਈ ਤੇ ਫਿਰ ਕੀ ਹੋਇਆ, मैं शांत हो गया। बिल्कुल ठीक है, बस ठीक है। फिर मेरे अंदर दी ਜਿਹੜੀ ਉਥਲ ਪੁਥਲ ਵਾਲੀ ਅਪਸੈਟ ਦੀ ਭਾਵਨਾ ਸੀ ਉਹ ਦੂਰ ਹੋ ਗਈ। ਬਿਲਕੁਲ ਠੀਕ ਹੈ, ਬਸ ਸਾਡੀ ਵੱਡੀ ਜੋ ਪ੍ਰੋਬਲਮ ਹੈ ਕਿ ਅਸੀਂ ਰੱਬ ਨੂੰ ਜਿੰਨਾ ਸਾਡੀ ਬੁੱਧੀ ਹੁੰਦੀ ਹੈ ਉਨਾ ਹੀ ਮਹਿਸੂਸ ਕਰਦੇ ਹਾਂ, ਇਸ ਲਈ ਬੜੀ ਜਲਦੀ ਅਪਸੈਟ ਹੋ ਜਾਂਦੇ ਹਾਂ, ਬੜੀ ਜਲਦੀ ਈਗੋ ਉੱਪਰ ਚੜ ਜਾਂਦੀ ਹੈ। ਪਰ ਜਿਸ ਵਕਤ ਰੱਬ ਦੇ ਗੁਣਾ ਮੁਤਾਬਕ ਉਸ ਨੂੰ ਸਮਝਣ ਲੱਗ ਜਾਂਦੇ ਹਾਂ, ਪਰ ਸਮਝਾਉਂਦਾ ਕੌਣ ਹੈ? ਗੁਰੂ ਪਾਤਸ਼ਾਹ ਸਿਖਾਉਂਦੇ ਨੇ। ਕਿਸ ਤਰ੍ਹਾਂ ਸਿਖਾਉਂਦੇ ਨੇ? ਬਾਣੀ ਦੀ ਰਾਹੀਂ ਸਿਖਾਉਂਦੇ ਨੇ। ਰੱਬ ਆਪ ਹੀ ਬਾਣੀ ਰਾਹੀਂ ਸਿਖਾਉਂਦੇ ਨੇ। ਫਿਰ ਮੇਰੇ ਅੰਦਰ ਟਿਕਾ ਆ ਜਾਂਦਾ ਹੈ, ਤੇ ਜਦੋਂ ਟਿਕਾ ਆ ਜਾਂਦਾ ਹੈ ਤੇ ਉਹ ਅਵਸਥਾ ਖੇੜੇ ਵਾਲੀ ਹੈ, ਸਹਿਜ ਵਾਲੀ ਹੈ, ਪ੍ਰਸੰਨਤਾ ਵਾਲੀ ਹੈ। ਮੈਂ ਜਦੋਂ ਰੱਬ ਦੇ ਨੇੜੇ ਬੈਠਣਾ ਸ਼ੁਰੂ ਕਰ ਦਿੰਦਾ ਹਾਂ, ਫਿਰ ਰੱਬ ਬੈਠੇ ਕਿੱਥੇ ਨੇ? ਮੇਰੇ ਅੰਦਰ ਹੀ ਤੇ ਬੈਠੇ ਨੇ ਨਾ। ਫਿਰ ਮੇਰਾ ਮਨ ਬਾਹਰ ਭਟਕਣ ਦੀ ਬਜਾਏ ਅੰਦਰ ਰੱਬ ਜੀ ਕੋਲ ਬੈਠ ਜਾਂਦਾ ਹੈ, ਤੇ ਰੱਬ ਤੋਂ ਆਨੰਦ ਦੀਆਂ, ਖੇੜੇ ਦੀਆਂ ਜੋ ਵਾਈਬ੍ਰੇਸ਼ਨ ਪੈਂਦੀਆਂ ਨੇ ਉਹ ਮੈਨੂੰ ਵੀ ਸ਼ਾਂਤ ਕਰ ਦਿੰਦੀਆਂ ਨੇ। ਮੈਂ ਇਸ ਤਰ੍ਹਾਂ ਕਰਕੇ ਸੁਖ ਮਹਿਸੂਸ ਕਰਦਾ ਹਾਂ। शांत भई जब गोबिंद जानिया, जिस ते सारा ये शब्द को घुमदा पिया है। मनुख दी इस तरह दी अवस्था किवें बन सकती है? कबीर जी कहते हैं, मैं अपनी अवस्था इस तरह दी बना लई है, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕਬੀਰ ਜੀ ਦੀ ਅਵਸਥਾ ਇਸ ਤਰ੍ਹਾਂ ਬਣ ਗਈ ਹੈ। ਜੇ ਤੇ ਅਸੀਂ ਕਿਸ ਤਰ੍ਹਾਂ ਆਪਣੀ ਅਵਸਥਾ ਇਸ ਤਰ੍ਹਾਂ ਦੀ ਬਣਾਣੀ ਹੈ? ਇਸ ਲਈ ਬਾਣੀ ਪੜ੍ਹ ਕੇ ਸਮਝਣੀ ਹੈ ਤੇ ਉਸ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਤੇ ਪਹਿਲੇ ਪਦੇ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਹਨ, ਜਮ ਤੇ ਉਲਟ ਭੈ ਹੈ ਰਾਮ, ਦੁਖ ਬਿਨਸੇ ਸੁਖ ਕੀਓ ਵਿਸ਼ਰਾਮ, बैरी उलट भय है मीता, साकत उलट सुजन भय चीता। ਅਸੀਂ ਜਮ ਕਿਸ ਨੂੰ ਕਹਿੰਦੇ ਹਾਂ? ਜਮਦੂਤ ਕਿਸ ਨੂੰ ਕਹਿੰਦੇ ਹਾਂ? ਧਰਮਰਾਜ ਕਿਸ ਨੂੰ ਕਹਿੰਦੇ ਹਾਂ? ਜਿਹੜੀਆਂ ਮਿਥਿਕਲ ਹਸਤੀਆਂ ਨੇ, ਮਿਥਿਹਾਸ ਨੇ, ਜਿਨ੍ਹਾਂ ਦੀ ਕੋਈ ਸੱਚਮੁੱਚ ਦੀ ਕੋਈ ਹੋਂਦ ਨਹੀਂ ਹੈ, ਪਰ ਸਾਡੇ ਗੁਆਂਢੀ ਧਰਮਾਂ ਦੇ ਵਿੱਚ ਇਸੇ ਸਟਰੋਂਗਲੀ ਪ੍ਰਚਲਿਤ ਨੇ ਕਿ ਜਮਦੂਤ ਹੁੰਦੇ ਨੇ, ਬੜੇ ਭਿਆਨਕ ਹੁੰਦੇ ਨੇ, ਉਹ ਮਾਰ ਕੇ ਅੰਦਰੋਂ ਜਿੰਦ ਕੱਢ ਕੇ ਲੈ ਜਾਂਦੇ ਨੇ, ਫੜ ਕੇ ਲੈ ਜਾਂਦੇ ਨੇ, ਮਾਰਦੇ ਕੁੱਟਦੇ ਲੈ ਜਾਂਦੇ ਨੇ ਤੇ ਧਰਮਰਾਜ ਦੇ ਅੱਗੇ ਪੇਸ਼ ਕਰਦੇ ਨੇ। ਉੱਥੇ ਸਾਡਾ ਲੇਖਾ ਪੱਤਰੀ ਤੇ ਚਿੱਠਾ ਖੋਲ ਕੇ ਸਾਹਮਣੇ ਰੱਖਿਆ ਜਾਂਦਾ ਹੈ ਤੇ ਮੈਂ ਉੱਥੇ ਥਰ-ਥਰ ਕੰਬਦਾ ਹਾਂ, ਪਤਾ ਨਹੀਂ ਮੇਰੇ ਨਾਲ ਕੀ ਬਣਨਾ ਹੈ, ਮੇਰੀ ਸਜ਼ਾ, ਮੈਨੂੰ ਸਜ਼ਾ ਮਿਲੇਗੀ ਜਾਂ ਇਨਾਮ ਮਿਲਨੇ ਨੇ, ਉਹ ਸੁਣਾਏ ਜਾਣੇ ਨੇ। ਇਹ ਸਭ ਸਾਡੇ ਗੁਆਂਢੀ ਧਰਮ ਦੀਆਂ ਪ੍ਰਚਲਿਤ ਗੱਲਾਂ ਨੇ। ਤੇ ਸਤਿਗੁਰ ਪਾਤਸ਼ਾਹ ਆਪਣੀ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਹੀ ਵਿਚਰਦੇ ਰਹੇ ਨੇ ਤੇ ਲੈਂਗੁਏਜ ਵੀ ਉਹੀ ਵਰਤਦੇ ਨੇ ਤੇ ਉਹਨਾਂ ਨੂੰ ਸਮਝਾਉਂਦੇ ਨੇ ਤੇ ਉਹ ਜਿਹੜੀ ਲੈਂਗੁਏਜ ਉਹਨਾਂ ਦੀ ਸਮਝ ਆਂਦੀ ਹੈ ਉਹੀ ਲੈਂਗੁਏਜ ਨੂੰ ਵਰਤਦੇ ਪਏ ਨੇ। ਤੇ ਉਦਾਹਰਣ ਦਿੰਦਿਆਂ ਹੋਇਆ ਜਿਹੜੀ ਅਸਲੀ ਗੱਲ ਹੈ ਆਪਣੇ ਮਤ ਦੀ, ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਜਾਂਚ ਦੀ, ਉਹ ਵੀ ਅਖੀਰ ਵੀ ਜ਼ਰੂਰ ਦੱਸਦੇ ਨੇ। ਅਖੀਰਲੇ ਪਦੇ ਵਿੱਚ ਜੋ ਅਸੀਂ ਕਬੀਰ ਜੀ ਦੇ ਸ਼ਬਦ ਵਿੱਚ ਵੇਖੀਏ ਕਿ ਜਮ ਕਿਸ ਨੂੰ ਕਿਹਾ ਹੈ, ਇਸ ਵਿੱਚ ਔਗਣਾ ਤੇ ਵਿਕਾਰਾਂ ਨੂੰ ਜਮ ਕਿਹਾ ਹੈ। ਜਮ ਕੀ ਕਰਦੇ ਨੇ? ਤੰਗ ਕਰਦੇ ਨੇ, ਮਾਰਦੇ ਨੇ, ਕੁੱਟਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ ਗੌੜੀ ਚੇਤੀ ਵਿੱਚ, ਜਿਸ ਦੀ ਰਹਾਉ ਦੀ ਤੁਕ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਹਨ, ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮਦਲ ਬਿਖਮ ਕਨਾ। हे मेरे मना, रब दे नाम भी जुड़ जा, उसदा नाम जपया कर। अगे ते जमा दी पूरी फौज खड़ी है,
बड़े औखे करते ने ते हैन भी बहुत ज्यादा। पर जदों असी एक्सप्लेनेशन देखते हाँ कि सतगुर पातशाह समझाते की पै ने, सानू तां इंज ही लगता है कि धर्मराज दे दूत हन, इत्थे भी राह दे विच इंज ही लगेगा। पर जिस वक्त विचार करते हाँ ते कहते ने, अवर पंच हम एक जना, क्यों राखो कर बार मना। मारे लूटे नीत नीत, किस आगे करी पुकार जना। ਇਹ ਪੰਜ ਨੇ ਤੇ ਮੈਂ ਕੱਲਾ ਹਾਂ, ਤੇ ਇਹ ਕਿਹੜੇ ਪੰਜ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੇ ਮੈਂ ਘਬਰਾ ਗਿਆ ਹਾਂ, ਮੈਂ ਆਪਣਾ ਅੰਦਰ ਕਿਵੇਂ ਸੰਭਾਲਾਂ? ਇਹਨਾਂ ਤੇ ਮੈਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ। ਉਹ ਪੰਜ ਕਰਦੇ ਕੀ ਨੇ? ਮੈਨੂੰ ਮਾਰਦੇ ਨੇ, ਲੁੱਟਦੇ ਨੇ ਰੋਜ਼-ਰੋਜ਼। ਬੰਦੇ ਦੇ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੈ, ਇਸ ਜੀਵਨ ਦੀ ਗੱਲ ਹੈ। ਮਾਰੇ ਲੂਟੇ ਨੀਤ ਨੀਤ, ਰੋਜ਼ ਮੈਨੂੰ ਮਾਰਦੇ ਨੇ, ਰੋਜ਼ ਮੈਨੂੰ ਲੁੱਟਦੇ ਨੇ। ਇਹ ਕੌਣ ਨੇ? ਕਾਮ, ਕ੍ਰੋਧ, ਮੋਹ ਤੇ ਹੰਕਾਰ। ਕਿਸ ਆਗੇ ਕਰੀ ਪੁਕਾਰ ਜਨਾ। ਰੱਬ ਜੀ ਦੱਸੋ ਮੈਂ ਕਿਹਦੇ ਅੱਗੇ ਪੁਕਾਰ ਕਰਾਂ? ਮੇਰੀ ਤੇ ਇਹਨਾਂ ਨੇ ਹਾਲਤ ਹੀ ਵਿਗਾੜ ਰੱਖੀ ਹੈ। ਤੇ ਦੂਸਰੇ ਪਦੇ ਵਿੱਚ ਕਹਿੰਦੇ ਨੇ, ਉਸਾਰ ਮੰਡੋਲੀ ਰਾਖੇ ਦੁਆਰਾ, भीतर बैठी साधना। ये शब्द इस वास्ते लिया है कि जम दी जो गल कबीर साहब जी कर रहे हैं वो स्पष्ट हो सके। बानी भी जिथे भी जम आया है, सतगुर पातशाह ने किन्हां लफ्जां विच वरत्या है। कहंदे ने रब ने ये शरीर बना के उसार मड़ोली राखे द्वारा, द्वारा मतलब दरवाजा, रब ने द्वार दरवाजे रखे ने। वो केड़े ने? मेरे पंच दूत, मेरे पंच ज्ञान इंद्रे, अखां, कान, नक, जेबा ते स्किन, जिसदे राही मैनू ज्ञान प्राप्त हुंदा है, मैं सब कुछ समझदा हां। उसार मड़ोली राखे द्वारा, भीतर बैठी साधना। इस शरीर दे विच मेरी जिंद टिकी है, जिदे ए दरवाजे लगे ने। अमृत केल करे नित कामन, अवर लुटेन सो पंच जना। मेरी जिंद नू तां इवें लगदा है कि मैंने तां मरना ही नहीं है, मैं तां इत्थे पक्की हाँ। इस वास्ते ये की करदी है? संसारक माया दे खेडां दे विच, परिवारक लेवल ते होर सारे संसारक सिस्टम विच, धन दौलत विच, समाज दे नाल मोह पा के मस्त होके इंजॉय करती पई है। कौन है? मेरी अंदरली जिंद। जे ये पंज वैरी हन ते ये पंज वैरी हन, ये भी अपने कम लगे ने, क्योंकि दरवाजे ने। अखां राही अंदर वड़दे ने, कन्ना राही अंदर वड़दे ने, नक राही अंदर वड़दे ने, जेवा राही अंदर वड़दे ने, स्किन राही अंदर वड़दे ने, ते अंदर वड़ के लुटदे ने। अमृत केल करे नित कारण, अवर लुटे सो पंच जना। दूसरा पता देखते हाँ, कहते ने ढा मड़ोली लुटिया देहुरा, साधन पकड़ी एक जना। जम डंडा गल संगल पड़िया, भाग गए से पंच जना। इत्थे भी जम अखर आया है। डा मड़ोली अखीर शरीर दे साह मुक गए, ते ये शरीर दी मड़ोली जड़ी है, जो दूजे पदे विच क्या है? उसार मड़ोली रख है द्वारा, ते लुटिया देहरा। देहरा मतलब की होंदा है? घर, मंदिर, इनू लुट लिया। साधन मेरी जिंद नू पकड़ लिया। जम डंडा गल संगल पड़िया। ये जो गल है, ये जो गल है, ये गुआंढी मध्य लेवल दी गल है। जो उत्थे दियां सारियां उन्हां दे प्रभाव दियां गल्लां ने, उन्हां दियां धर्म पुस्तकां दियां गल्लां ने कि जम दा डंडा सिर ते लगा, मेरे गले भी संगल पै गए। जदों मेरे गले भी संगल पै गए ते जेड़े पंजो विकार सन, जेड़े मैनू लुटदे पै सन, ये भज गए, मैनू छड़ के भज गए। इन्हां नू पंज ठग भी कहंदे ने। ते तीन तरह दे बंदे हुंदे ने, एक चोर हुंदे ने, एक डाकू हुंदे ने, ते एक ठग हुंदे ने। तीनों इक्को ही काम करते ने। चोर भी तुहाडे घरों माल चुरा के लै जांदे ने, डाकू भी लुट के लै जांदे,
ਲੁੱਟ ਕੇ ਮਾਲ ਚੁਰਾ ਕੇ ਲੈ ਜਾਂਦੇ ਨੇ ਤੇ ਠੱਗ ਵੀ ਮਾਲ ਚੁਰਾ ਲੈਂਦਾ ਹੈ। ਪਰ ਤਿੰਨੋਂ ਦੇ ਤਰੀਕੇ ਵੱਖਰੇ ਵੱਖਰੇ ਨੇ, ਤਿੰਨੋਂ ਆਪਣੇ ਆਪਣੇ ਤਰੀਕੇ ਨਾਲ ਕੰਮ ਕਰਦੇ ਨੇ। ਚੋਰ ਕਦੋਂ ਲੁੱਟਦਾ ਹੈ? ਜਦੋਂ ਸੁੱਤੇ ਪਏ ਹੋ, ਰਾਤ ਦੇ ਸਮੇਂ ਛੁਪ ਕੇ ਚੁੱਪ ਚਪੀਤੇ ਆਉਂਦੇ ਨੇ ਤੇ ਸੁੱਤਿਆਂ ਨੂੰ ਖਬਰ ਵੀ ਨਹੀਂ ਲੱਗਣ ਦਿੰਦੇ ਤੇ ਲੁੱਟ ਕੇ ਘਰ ਖਾਲੀ ਕਰਕੇ ਲੈ ਜਾਂਦੇ ਨੇ, ਚੋਰੀ ਕਰਕੇ ਲੈ ਜਾਂਦੇ ਨੇ। ਤੇ ਡਾਕੂ ਵੀ ਲੁੱਟਦੇ ਨੇ, ਪਰ ਉਹਨਾਂ ਨੂੰ ਰਾਤੀ ਆਉਣ ਦੀ ਲੋੜ ਨਹੀਂ ਹੁੰਦੀ, ਉਹ ਤਾਂ ਸਿੱਧਾ ਦਿਨੇ ਆਉਂਦੇ ਨੇ, ਆ ਕੇ ਸਿੱਧਾ ਡਰਾਉਂਦੇ ਨੇ ਤੇ ਲੁੱਟ ਕੇ ਲੈ ਜਾਂਦੇ ਨੇ। ਹਥਿਆਰ ਨਾਲ ਡਰਾਉਂਦੇ ਨੇ, ਕਹਿੰਦੇ ਨੇ ਦਿਨ ਦਿਓ ਜਾਂ ਗੋਲੀ ਮਾਰ ਕੇ ਖਤਮ ਕਰਾਂ। ਇਹ ਦਿਨ ਦਿਹਾੜੇ ਹੱਥੋਂ ਚਾਬੀਆਂ ਲੈ ਕੇ ਤੇ ਡਾਕਾ ਮਾਰਦੇ ਨੇ ਸਾਡੇ ਸਾਹਮਣੇ ਤੇ ਸਭ ਕੁਝ ਲੁੱਟ ਕੇ ਲੈ ਜਾਂਦੇ ਨੇ। ਤੇ ਚੋਰ ਜਿਹੜੇ ਨੇ ਰਾਤ ਦੇ ਹਨੇਰੇ ਵਿੱਚ ਚੋਰੀ ਕਰਦੇ ਨੇ ਤੇ ਠੱਗ ਦਿਨ ਦਿਹਾੜੇ। ਤੇ ਠੱਗ ਕੀ ਕਰਦੇ ਨੇ? ਠੱਗ ਦੋਸਤ ਬਣ ਜਾਂਦੇ ਨੇ, ਇੰਨੇ ਦੋਸਤ ਬਣ ਜਾਂਦੇ ਨੇ, ਇੰਨੇ ਨਜ਼ਦੀਕੀ ਬਣ ਜਾਂਦੇ ਨੇ ਕਿ ਤੁਸੀਂ ਉਹਨਾਂ ਦੇ ਹਰ ਗੱਲ ਦਾ ਭਰੋਸਾ ਕਰਨ ਲੱਗ ਜਾਂਦੇ ਹੋ। ਇਹ ਤਾਂ ਮੇਰਾ ਬੜਾ ਹਿਤੈਸ਼ੀ ਹੈ, ਮੇਰੀ ਮਦਦ ਕਰਨ ਵਾਲਾ ਹੈ, ਤੇ ਅਸੀਂ ਉਸ ਤੇ ਬਹੁਤ ਭਰੋਸਾ ਕਰਨ ਲੱਗ ਜਾਂਦੇ ਹਾਂ। ਤੇ ਬਾਹਰ ਜਾਣਾ ਹੋਵੇ ਤੇ ਕਈ ਵਾਰੀ ਘਰ ਦੀਆਂ ਚਾਬੀਆਂ ਵੀ ਉਸਨੂੰ ਦੇ ਜਾਂਦੇ ਹਾਂ ਕਿ ਭਰਾਵਾ ਖਿਆਲ ਰੱਖੀ, ਪਰ ਜਦ ਵਾਪਸ ਆਉਂਦੇ ਹਾਂ ਤੇ ਉਸਨੇ ਸਾਰਾ ਘਰ ਖਾਲੀ ਕੀਤਾ ਹੁੰਦਾ ਹੈ। ਜਾਂ ਤੇ ਦੋਸਤ ਬਣ ਕੇ ਟਰੈਵਲਿੰਗ ਵਿੱਚ ਵੀ ਨਾਲ ਟੁਰ ਪੈਂਦੇ ਨੇ ਤੇ ਰਾਹ ਵਿੱਚ ਰੁਮਾਲ ਆਦਿ ਤੇ ਬੇਹੋਸ਼ ਕਰਨ ਵਾਲੀ ਚੀਜ਼ ਪਾ ਕੇ ਸੁਗਾਉਂਦੇ ਨੇ ਤੇ ਲੁੱਟ ਲੈਂਦੇ ਨੇ। ਉਹ ਵੀ ਜਾਂਦੇ ਨਾਲ ਨੇ, ਚੋਰ ਦੀ ਤਰ੍ਹਾਂ ਚੋਰੀ ਨਹੀਂ ਕਰਦੇ, ਡਾਕੂ ਦੀ ਤਰ੍ਹਾਂ ਡਾਕਾ ਨਹੀਂ ਮਾਰਦੇ, ਪਰ ਜਾਂਦੇ ਸਾਡੇ ਨਾਲ ਨੇ। ਇਹ ਕੀ ਨੇ? ਇਹ 5 ਵਿਕਾਰ ਨੇ, ਇਹ ਠੱਗਾਂ ਦੀ ਤਰ੍ਹਾਂ ਚੱਲਦੇ ਨੇ। ਇਹ ਗੱਲ ਇਸ ਪੰਕਤੀ ਤੋਂ ਸਮਝ ਆਉਂਦੀ ਹੈ, ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ 5 ਜਨਾ। ਜੋ 5 ਵਿਕਾਰ ਹਨ ਨਾ, ਇਹ ਠੱਗ ਹਨ। ਜਿਹੜੇ 5 ਵਿਕਾਰ ਨੇ ਨਾ, ਮੇਰੇ ਅੰਦਰ ਵੜੇ ਕਿਸ ਤਰ੍ਹਾਂ ਨੇ? ਮੇਰੇ ਹਿਤੈਸ਼ੀ ਬਣ ਕੇ। ਮੈਨੂੰ ਕਾਮ ਬੜਾ ਚੰਗਾ ਲੱਗਦਾ ਹੈ, ਮੈਨੂੰ ਕ੍ਰੋਧ ਬੜਾ ਚੰਗਾ ਲੱਗਦਾ ਹੈ। ਜਦੋਂ ਕ੍ਰੋਧ ਆਂਦਾ ਹੈ ਤੇ ਗੁੱਸੇ ਨਾਲ ਬੋਲਦਾ ਹਾਂ ਤੇ ਚੰਗਾ ਲੱਗਦਾ ਹੈ। ਮੈਂ ਹੁਣ ਠੀਕ ਕੀਤਾ ਹੈ, ਹੁਣ ਇਸ ਨੂੰ ਅਕਲ ਆਏਗੀ, ਮੇਰਾ ਮਨ ਹੁਣ ਹਲਕਾ ਹੋਇਆ ਹੈ। ਇਹ ਸਾਡੇ ਦੋਸਤ ਬਣੇ ਹੁੰਦੇ ਨੇ ਤੇ ਠੱਗਾਂ ਦੀ ਤਰ੍ਹਾਂ ਕੰਮ ਕਰਦੇ ਨੇ। ਤੇ ਜਿਸ ਵੇਲੇ ਸਾਹਮਣੇ ਮੌਤ ਆਂਦੀ ਹੈ, ਜਮ ਆਂਦੇ ਨੇ, ਗਲੇ ਵਿੱਚ ਸੰਗਲ ਪਾਉਂਦੇ ਨੇ, ਇਹ ਸਭ ਛੋੜ ਛਾੜ ਕੇ ਭੱਜ ਜਾਂਦੇ ਨੇ, ਕਿਉਂਕਿ ਇਹ ਦੋਸਤ ਤਾਂ ਸੀ ਨਹੀਂ, ਇਹ ਤਾਂ ਠੱਗ ਸਨ। ਹੁਣ ਲੁੱਟਣ ਵਾਸਤੇ ਅੰਦਰ ਬੈਠੇ ਸਨ ਤੇ ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ 5 ਜਨਾ। ਚੌਥੇ ਤੇ ਲਾਸਟ ਪਦੇ ਵਿੱਚ ਨਾਨਕ ਪਾਤਸ਼ਾਹ ਕਹਿੰਦੇ ਨੇ, ਕਾਮਨ ਲੋੜੇ ਸੋਇਨਾ ਰੂਪਾ, ਮਿੱਤਰ ਲੋੜੇ ਸੋ ਖਾਦਾਤਾ, ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜਮਪੁਰ ਬਾਧਾਤਾ। ਕਾਮਨ ਦਾ ਮਤਲਬ ਹੈ ਇਸਤਰੀ, ਲੋੜੇ ਦਾ ਮਤਲਬ ਹੈ ਮੰਗਦੀ ਹੈ, ਸੋਇਨਾ ਦਾ ਮਤਲਬ ਹੈ ਸੋਨਾ ਗੋਲਡ, ਰੂਪਾ ਤੋਂ ਭਾਵ ਹੈ ਚਾਂਦੀ। ਤੇਰੇ ਕੋਲੋਂ ਵਾਈਫ ਕੀ ਮੰਗਦੀ ਹੈ? ਇਸਤਰੀ ਕੀ ਮੰਗਦੀ ਹੈ? ਧਨ ਦੌਲਤ, ਪੈਸਾ, ਸੋਨਾ ਚਾਂਦੀ, ਇਹ ਸਭ ਘਰ ਲੈ ਕੇ ਆ, ਮੈਨੂੰ ਇਹ ਚਾਹੀਦਾ ਹੈ। ਫਰੈਂਡਸ ਹਨ, ਦੋਸਤ ਹਨ, ਉਹਨਾਂ ਨੂੰ ਕੀ ਚਾਹੀਦਾ ਹੈ ਤੇਰੇ ਕੋਲੋਂ? ਉਹ ਕੀ ਮੰਗਦੇ ਨੇ? ਪਾਰਟੀਆਂ ਕਰ, ਜਸ਼ਨ ਮਨਾ, ਖਵਾ ਪਿਆ ਸਾਨੂੰ, ਫਿਰ ਤੇ ਦੋਸਤੀ ਟਿਕੀ ਰਹਿੰਦੀ ਹੈ। ਤੇ ਫਿਰ ਪਤਨੀ ਨਾਲ ਵੀ ਠੀਕ ਵਰਤੋਂ ਕਰਦਾ ਹੈ, ਰੋਜ਼ ਉਸਨੂੰ ਕਦੀ ਕੱਪੜੇ ਕਦੀ ਗਹਿਣੇ ਲਿਆ ਕੇ ਦਿੰਦੇ ਰਹੋ। ਇਹ ਆਮ ਸੰਸਾਰ ਦੀ ਗੱਲ ਹੈ, ਐਵਰੇਜ ਲੈਵਲ ਦੀ। ਕਾਮਨ ਲੋੜੇ ਸੋਇਨਾ ਰੂਪਾ, ਮਿੱਤਰ ਲੋੜੇ ਸੋ ਖਾਦਾਤਾ, ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜਮਪੁਰ ਬਾਧਾਤਾ। ਪਾਪ ਕਰਕੇ ਜੇ ਇਹਨਾਂ ਵਾਸਤੇ ਮਾਇਆ ਇਕੱਠੀ ਕਰਦਾ ਹੈ ਨਾ, ਕਿ ਦੋਸਤਾਂ ਦੇ ਨਾਲ ਪਾਰਟੀਆਂ ਕਰਨੀਆਂ ਨੇ, ਪਤਨੀ ਨੂੰ ਸਮਾਨ ਲਿਆ ਕੇ ਦੇਣਾ ਹੈ, ਤੇ ਬੇਈਮਾਨੀਆਂ ਕਰਕੇ, ਗੜਬੜਾਂ ਕਰਕੇ, ਝੂਠ ਬੋਲ ਕੇ, ਲੋਭ ਲਾਲਚ ਕਰਕੇ ਕਮਾਈ ਕਰਦਾ ਹੈ, ਪਾਪ ਕਰਦਾ ਹੈ, ਤੇ ਧਰਮ ਦੀ ਕਿਰਤ ਨਹੀਂ ਕਰਦਾ, ਪਾਪ ਕਰਕੇ ਇਹਨਾਂ ਲਈ ਕਮਾਈ ਕਰਦਾ ਪਿਆ ਹੈ, ਤੇ ਇਹ ਤਾਂ ਮੇਰੇ ਸਾਥੀ ਹੈ ਨਹੀਂ, ਇਹਨਾਂ ਨੇ ਤੇ ਮੈਨੂੰ ਸਾਥ ਦੇਣਾ ਹੀ ਨਹੀਂ। ਤੂੰ ਇਹਨਾਂ ਦੀ ਖਾਤਰ ਪਾਪ ਕਰਦਾ ਪਿਆ ਨਾ, ਤੇ ਦੇਖੀ ਤੈਨੂੰ ਸਾਰੀ ਜ਼ਿੰਦਗੀ ਸ਼ਾਂਤੀ ਸਹਿਜ ਟਿਕਾ ਨਹੀਂ ਮਿਲਣਾ। ਹੁਣ ਦੂਜਾ ਜਮਪੁਰ ਦਾ ਮਤਲਬ ਹੈ ਸਹਿਜ ਆਨੰਦ ਦੀ ਜ਼ਿੰਦਗੀ।
ਜ਼ਿੰਦਗੀ ਨਾ ਹੋਣੀ, ਕਲਾ ਕਲੇਸ਼ ਵਾਲੀ ਜ਼ਿੰਦਗੀ ਹੋਣਾ, ਇਸ ਨੂੰ ਵੀ ਜਮਪੁਰ ਕਿਹਾ ਹੈ। ਇੱਕੋ ਸ਼ਬਦ ਦੇ ਵਿੱਚ ਇੱਕ ਜਮ ਡੰਡਾ ਲਿਖਿਆ ਹੈ, ਜਿਹੜੀ ਕਿ ਗੁਆਂਢੀ ਮਤ ਦੀ ਜਿਹੜੀ ਭਾਵਨਾ ਹੈ ਉਹ ਜਮ ਡੰਡਾ ਕਰਕੇ ਕਹੀ ਹੈ। ਤੇ ਚੌਥੇ ਪਦੇ ਦੇ ਵਿੱਚ ਜਮਪੁਰ ਲਿਖਿਆ ਹੈ, ਜ਼ਿੰਦਗੀ ਦੇ ਵਿੱਚ ਸਹਿਜ ਟਿਕਾ ਨਾ ਹੋਣਾ। ਇਸੇ ਕਰਕੇ ਵਿਕਾਰਾਂ ਦੇ ਵਿੱਚ ਫਸਿਆ ਰਹੇਗਾ। ਜਦੋਂ ਸਾਨੂੰ ਇਸ ਗੱਲ ਦੀ ਸਮਝ ਗੁਰੂ ਨਾਨਕ ਸਾਹਿਬ ਜੀ ਦੇ ਇਸ ਸ਼ਬਦ ਤੋਂ ਆਂਦੀ ਹੈ ਕਿ ਮੈਨੂੰ ਇਹ ਲੁੱਟਦੇ ਨੇ, ਮਾਰਦੇ ਨੇ, ਬੜਾ ਮੈਨੂੰ ਇਹ ਤੰਗ ਕੀਤਾ ਹੋਇਆ ਇਹਨਾਂ ਨੇ, ਇਹ ਸਮਝਣ ਨਾਲ ਕਬੀਰ ਜੀ ਦਾ ਜੋ ਸ਼ਬਦ ਹੈ ਉਹ ਸਮਝਣਾ ਥੋੜਾ ਆਸਾਨ ਹੋ ਜਾਏਗਾ। ਹੁਣ ਕਬੀਰ ਜੀ ਦੇ ਸ਼ਬਦ ਦੇ ਪਹਿਲੇ ਪਦੇ ਨੂੰ ਦੁਬਾਰਾ ਦੇਖਦੇ ਹਾਂ। जम ते उलट भय है राम, दुख बिन से सुख कियो विश्राम। बैरी उलट भय है मीता, साकत उलट सुजन भय चीता। मेरे ते विकार ਜਿਹੜੇ ਹਨ ਉਹ ਅਸਰ ਨਹੀਂ ਕਰ ਸਕਦੇ, ਮੈਂ ਉਹਨਾਂ ਤੇ ਕਾਬੂ ਪਾ ਲਿਆ ਹੈ। ਇਸ ਦਾ ਸਦਕਾ ਕੀ ਹੋਇਆ ਹੈ? ਦੁੱਖ ਬਿਨ ਸੇ ਸੁਖ ਕਿयो विश्राम। बैरी उलट भय है मीता, इस करके टिका आ गया है, सहज आ गया है, आनंद आ गया है। मैं खेड़े दी अवस्था विच हो गया हाँ, अपसेट हुन मैं हुंदा ही नहीं। जिस वक्त राहो दी पंक्ति विच कहंदे ने, अब मोहे सर्व कुशल कर मान्या, शांत भई जब गोबिंद जान्या। जद इस गल दी समझ आंदी है तां पता लगदा है कि जम तो उलट किवें होईदा है, ਵਿਕਾਰਾਂ ਤੋਂ ਛੁਟਕਾਰਾ ਪਾ ਲੈਣਾ। ਜਦੋਂ ਵਿਕਾਰਾਂ ਤੇ ਕਾਬੂ ਕਰ ਲੈਂਦਾ ਹਾਂ ਤਾਂ ਜਿਹੜੀ ਮੇਰੇ ਅੰਦਰ ਕਲਾ ਕਲੇਸ਼ ਹੈ ਉਹ ਦੁੱਖ ਸਾਰੇ ਖਤਮ ਹੋ ਜਾਂਦੇ ਨੇ, ਮੈਂ ਸੁਖ ਮਹਿਸੂਸ ਕਰਦਾ ਹਾਂ। ਫਿਰ ਦੁਬਾਰਾ ਸਮਝਾਉਂਦੇ ਹਨ, ਬੈਰੀ ਉਲਟ ਭੈ ਹੈ ਮੀਤਾ। ਇਹ ਜਿਹੜੇ ਵੈਰੀ ਬਣ ਕੇ ਇਹ ਜਿਹੜੇ ਵੈਰੀ ਬਣ ਕੇ ਬੈਠੇ ਸਨ ਨਾ, ਮੈਂ ਇਹਨਾਂ ਤੇ ਕਾਬੂ ਪਾ ਲਿਆ ਹੈ, ਇਹਨਾਂ ਨੂੰ ਕੰਟਰੋਲ ਵਿੱਚ ਕਰ ਲਿਆ ਹੈ। ਇਸ ਕਰਕੇ ਇਹ ਮੇਰੀ ਹੁਣ ਨੌਕਰੀ ਕਰਦੇ ਨੇ, ਮੇਰੇ ਦੋਸਤ ਬਣ ਗਏ ਨੇ। ਸਾਕਤ ਉਲਟ ਸੁਜਨ ਭੈ ਚੀਤਾ। ਸਾਕਤ ਤੋਂ ਭਾਵ ਸ਼ਕਤੀ ਦਾ ਪੁਜਾਰੀ। ਤੇ ਸ਼ਕਤੀ ਕੌਣ ਹੈ? ਜਿਸਨੂੰ ਅਸੀਂ ਮਾਇਆ ਕਹਿੰਦੇ ਹਾਂ। ਮਾਇਆ ਦੇ 3 ਗੁਣ, ਰਜੋਗੁਣ, ਤਮੋਗੁਣ ਤੇ ਸਤੋਗੁਣ, ਇਹ ਜਿਹੜੇ ਵਿਕਾਰ ਹਨ ਇਹ ਸਾਕਤ ਰੂਪ ਵਿੱਚ ਵਿਚਰਦੇ ਨੇ। ਪਰ ਕਿਉਂਕਿ ਹੁਣ ਮੇਰੀ ਗਿਰਫਤ ਵਿੱਚ ਆ ਗਏ ਨੇ, ਅੱਗੇ ਇਹ ਮੇਰੇ ਤੇ ਸਵਾਰ ਹੋਏ ਸਨ, ਹੁਣ ਮੈਂ ਇਹਨਾਂ ਨੂੰ ਨੱਥ ਪਾ ਲਈ ਹੈ। ਇਹ ਹੁਣ ਮੇਰੀ ਸੇਵਾ ਕਰਦੇ ਨੇ। ਕਿਸ ਤਰ੍ਹਾਂ ਸੇਵਾ ਕਰਦੇ ਨੇ? ਮੇਰਾ ਮੋਹ ਜਿਹੜਾ ਹੈ ਨਾ ਉਹ ਹੁਣ ਪ੍ਰੇਮ ਦੇ ਵਿੱਚ ਕਨਵਰਟ ਹੋ ਗਿਆ ਹੈ। ਮੇਰਾ ਹੰਕਾਰ ਨਿਮਰਤਾ ਦੇ ਵਿੱਚ ਤਬਦੀਲ ਹੋ ਗਿਆ ਹੈ। ਇਸੇ ਤਰ੍ਹਾਂ ਹੀ ਕ੍ਰੋਧ ਵੀ ਅਤੇ ਕਾਮ ਵੀ, ਲੋਭ ਵੀ, ਇਹ ਸਾਰੇ ਮੇਰੇ ਕੰਟਰੋਲ ਵਿੱਚ ਆ ਗਏ ਹਨ। ਇਹ ਜਿਹੜੇ ਰੱਬ ਨਾਲੋਂ ਤੋੜਨ ਵਾਲੇ ਸਨ, ਸਾਕਤ ਸਨ, ਹੁਣ ਮੇਰੇ ਸਹਾਇਕ ਬਣ ਗਏ ਹਨ, ਮੇਰੇ ਦੋਸਤ ਬਣ ਗਏ ਹਨ। ਸਾਕਤ ਉਲਟ ਸੁਜਨ ਭੈ ਚੀਤਾ, ਮੇਰੇ ਸਾਥੀ ਹੋ ਗਏ ਨੇ, ਮੇਰੇ ਆਖੇ ਦੇ ਵਿੱਚ ਚਲਦੇ ਨੇ, ਕਿਉਂਕਿ ਮੈਂ ਗੁਰੂ ਦੇ ਦੱਸੇ ਬਚਨਾਂ ਰਾਹੀਂ, ਗੁਰੂ ਦੀ ਦੱਸੀ ਜੁਗਤੀ ਰਾਹੀਂ ਇਹਨਾਂ ਨੂੰ ਕੰਟਰੋਲ ਕਰ ਲਿਆ ਹੈ। ਇਸ ਵਾਸਤੇ ਹੁਣ ਮੇਰੇ ਕੋਲ ਦੁੱਖ ਹੈ ਹੀ ਨਹੀਂ। ਹੁਣ ਦੂਸਰਾ ਪਦਾ ਦੇਖਦੇ ਹਾਂ। ਇੱਥੇ ਇਹ ਹਾਈਟ ਹੈ ਜਿੱਥੇ ਕਬੀਰ ਸਾਹਿਬ ਜੀ ਪਹੁੰਚ ਗਏ ਨੇ ਤੇ ਸਾਨੂੰ ਸਮਝਾਉਂਦੇ ਪਏ ਨੇ ਕਿ ਬੰਦਿਆ ਤੂੰ ਵੀ ਇੱਥੇ ਪਹੁੰਚ ਸਕਦਾ ਹੈ। ਤਨ ਮੈਂ ਹੋਤੀ ਕੋਟ ਉਪਾਦ, ਕਹਿੰਦੇ ਨੇ ਹਰ ਵਕਤ ਮੈਂ ਪਰੇਸ਼ਾਨ ਰਹਿੰਦਾ ਸੀ। ਜਿਹੜਾ ਅਸੀਂ ਉਪਾਦ ਦਾ ਲਫ਼ਜ਼ ਵਰਤਦੇ ਹਾਂ ਉਸ ਦਾ ਮਤਲਬ ਹੈ ਜਿਹੜੇ ਔਗੁਣਾਂ ਦੇ, ਵਿਕਾਰਾਂ ਦੇ ਬਖੇੜੇ ਹਨ, ਹਰ ਵਕਤ ਤੰਗ ਕਰਦੇ ਨੇ। ਕਦੀ ਮੈਂ ਈਰਸ਼ਾ ਕਰਦਾ ਹਾਂ, ਕਦੀ ਮੈਂ ਨਿੰਦਾ ਕਰਦਾ ਹਾਂ, ਨਿੰਦਾ ਚੁਗਲੀ ਕਰਦਾ ਹਾਂ, ਕਦੀ ਝੂਠ ਬੋਲਦਾ ਪਿਆ ਹਾਂ, ਕਦੀ ਕਿਸੇ ਦਾ ਨੁਕਸਾਨ ਕਰਨ ਦੀ ਇੱਛਾ ਅੰਦਰ ਆਉਂਦੀ ਪਈ ਹੈ, ਕਦੀ ਦੰਦ ਕਰੀਜਦਾ ਪਿਆ ਹਾਂ, ਇਸਨੇ ਤਾਂ ਮੈਨੂੰ ਬੜਾ ਤੰਗ ਕੀਤਾ ਹੋਇਆ ਹੈ, ਇਸਨੂੰ ਤਾਂ ਮੈਂ ਮਜ਼ਾ ਚਖਾਣਾ ਹੈ। ਇਹ ਸਾਰੀਆਂ ਗੱਲਾਂ ਜੋ ਵਿਕਾਰ ਦੀਆਂ ਹੁੰਦੀਆਂ ਨੇ ਉਹਨਾਂ ਨੂੰ ਉਪਾਦ ਕਹਿੰਦੇ ਨੇ। ਇਹ 3 ਤਰ੍ਹਾਂ ਦੇ ਤਾਪ ਗਿਣੇ ਜਾਂਦੇ ਹਨ, ਇੱਕ ਆਦ, ਇੱਕ ਉਪਾਦ ਤੇ ਇੱਕ ਬਿਆਦ। 3 ਤਰ੍ਹਾਂ ਦੀ ਤਾਪ ਦੀ ਗੱਲ ਆਉਂਦੀ ਹੈ। ਉਪਾਦ ਵਿਕਾਰਾਂ ਵਾਲੇ ਹੁੰਦੇ ਹਨ। ਤਨ ਮੈਂ ਹੋਤੀ ਕੋਟ ਉਪਾਦ,
ਮੇਰੇ ਅੰਦਰ ਕੋਟ ਕਰੋੜਾਂ ਦੀ ਗਿਣਤੀ ਦੇ ਵਿੱਚ ਸਨ। ਇੱਥੇ ਟੈਂਕੇ ਨੂੰ ਸਿਹਾਰੀ ਹੈ ਤਾਂ ਗੱਲ ਕਰੋੜਾਂ ਦੀ ਕਰਦੇ ਪਏ ਹਨ। ਜਦੋਂ ਸਿਹਾਰੀ ਨਹੀਂ ਹੋਏਗੀ ਤੇ ਕਿਲੇ ਬਾਬਤ ਆਏਗਾ। ਜੇ ਟੈਂਕੇ ਥੱਲੇ ਔਂਕੜ ਲੱਗਿਆ ਹੋਏਗਾ ਤੇ ਇੱਕ ਵਚਨ ਦੀ ਬਾਬਤ ਆਏਗਾ, ਤੇ ਇੱਕ ਕਿਲਾ ਜੇ ਔਂਕੜ ਹੋਏਗਾ ਤੇ ਬਹੁਵਚਨ ਲਈ ਆਏਗਾ, ਬਹੁਤੇ ਕਿਲੇ। ਇੱਥੇ ਸਿਹਾਰੀ ਹੈ ਜੋ ਕਿ ਨੰਬਰ ਦੀ ਗੱਲ ਕਰਦੀ ਹੈ ਕਿ ਮੇਰੇ ਸਰੀਰ ਦੇ ਵਿੱਚ ਕਰੋੜਾਂ ਔਗਣ ਤੇ ਵਿਕਾਰ ਹਨ, ਪਰ ਕਿਉਂਕਿ ਮੈਂ ਇਹਨਾਂ ਤੇ ਕੰਟਰੋਲ ਕਰ ਲਿਆ ਹੈ ਤਾਂ ਇਹ ਪੁੱਠੇ ਹੋ ਗਏ ਹਨ ਤੇ ਹੁਣ ਇਹ ਮੇਰੀ ਸੇਵਾ ਦੇ ਵਿੱਚ ਲੱਗ ਗਏ ਨੇ। ਮੈਂ ਹੁਣ ਸੁਖ ਵਿੱਚ ਹਾਂ ਤੇ ਸਹਿਜ ਅਵਸਥਾ ਦੀ ਜ਼ਿੰਦਗੀ ਦੇ ਵਿੱਚ ਹਾਂ। ਕਿਸੇ ਵੀ ਥਾਂ ਤੇ ਜੋਗੀਆਂ ਦੀ ਤਰ੍ਹਾਂ ਘਰ-ਬਾਰ ਤਿਆਗ ਕੇ ਜਾਣ ਵਾਲੀ ਗੱਲ ਨਹੀਂ ਹੈ, ਕੋਈ ਸੰਸਾਰ ਤਿਆਗਣ ਵਾਲੀ ਗੱਲ ਨਹੀਂ ਹੈ। ਸਿਰਫ ਆਪਣੇ ਅੰਦਰ ਦੇ ਸੁਭਾਅ ਨੂੰ, ਬਿਰਤੀ ਨੂੰ ਕੰਟਰੋਲ ਕਰਕੇ ਰੱਬੀ ਹੁਕਮ ਦੇ ਵਿੱਚ ਜਿਉਣ ਦੀ ਗੱਲ ਸਿੱਖ ਲੈਣੀ ਹੈ। ਤਨਮੈ ਹੋਤੀ ਕੋਟ ਉਪਾਦ, ਉਲਟ ਭਈ ਸੁਖ ਸਹਿਜ ਸਮਾਦ। ਇਹ ਕੀਤਾ ਕਿਵੇਂ ਹੈ? आप पछाने आपे आप, रोग न व्यापे तीनों ताप। मैं हुन अपने अंदर चात मारनी शुरू की है, अपनी स्वै पड़चोल की है। स्वै पड़चोल करके जेड़ी चीज मेरी ठीक नहीं सी वो ठीक कर ली है। जेड़ी चीज मेरे ते कंट्रोल कर दी पई सी उस ते हुन मैं अपना कंट्रोल कर लिया है, ਉਸਨੂੰ ਆਪਣੀ ਨੌਕਰੀ ਵਿੱਚ ਲਾ ਦਿੱਤਾ ਹੈ। ਬਜਾਏ ਉਹ ਮੇਰੇ ਮਾਲਕ ਹੋਣ, ਮੈਂ ਉਹਨਾਂ ਨੂੰ ਆਪਣਾ ਨੌਕਰ ਬਣਾ ਲਿਆ ਹੈ। ਮੈਂ ਆਪਣੇ ਆਪ ਨੂੰ ਪਛਾਣਿਆ ਹੈ ਤੇ ਇਸ ਦਾ ਰਿਜ਼ਲਟ ਕੀ ਹੋਇਆ ਹੈ? ਰੋਗ ਨਾ ਵਿਆਪੈ ਤੀਨੋਂ ਤਾਪ। ਮੈਨੂੰ ਤਿੰਨੋਂ ਆਦ, ਵਿਆਦ ਤੇ ਉਪਾਦ, ਤਿੰਨੋਂ ਦੀਆਂ ਹੀ ਪਰੇਸ਼ਾਨੀਆਂ ਨਹੀਂ ਹੁੰਦੀਆਂ। ਉਪਾਦ ਤੇ ਅਸੀਂ ਸਮਝ ਲਿਆ ਹੈ ਕਿਸ ਨੂੰ ਕਹਿੰਦੇ ਹਨ, ਤੇ ਆਦ, ਵਿਆਦ, ਉਪਾਦ ਸਰੀਰਕ ਦੁੱਖ ਪਹਿਲਾ, ਦੂਜਾ ਵਿਕਾਰਾਂ ਦੇ ਦੁੱਖ ਤੇ ਤੀਜਾ ਮੈਂਟਲ ਪਰੇਸ਼ਾਨੀਆਂ, ਮਾਨਸਿਕ ਦੁੱਖ। ਇਸ ਪੰਕਤੀ ਵਿੱਚ ਜਿਹੜਾ ਲਫ਼ਜ਼ ਆਇਆ ਹੈ ਵਿਆਪੈ, ਇਹ ਦੇਹਲੀ ਦੀਪਕ ਦਾ ਲਫ਼ਜ਼ ਹੈ। ਉਹ ਅੱਖਰ ਜਿਹੜਾ ਪਹਿਲੇ ਅਤੇ ਬਾਅਦ ਦੇ ਅੱਖਰ ਦੋਨੋਂ ਦੇ ਨਾਲ ਅਰਥ ਦਿੰਦਾ ਹੈ, ਜੋ ਇਸ ਦਾ ਸਟੈਂਡਰਡ ਫਾਰਮੈਟ ਹੈ। ਉਸ ਤੋਂ ਪਹਿਲੇ ਅੱਖਰ ਨਾਲ ਬੋਲ ਕੇ ਫਿਰ ਵਿਸ਼ਰਾਮ ਦਿੱਤਾ ਜਾਂਦਾ ਹੈ, ਲੇਕਿਨ ਅਰਥ ਹੈ ਦੋਨੋਂ ਪਾਸੇ ਦਿੰਦਾ ਹੈ। ਜੇ ਹੁਣ ਅਰਥ ਕਰਨੇ ਹੋਣ ਤਾਂ ਇਸ ਤਰ੍ਹਾਂ ਪੜਾਂਗੇ ਕਿ ਰੋਗ ਨਾ ਵਿਆਪੇ ਤੀਨੋਂ ਤਾਪ। ਨਾ ਵਿਆਪੇ ਦਾ ਲਫ਼ਜ਼ ਦੇਵਲੀ ਦੀਪਕ ਦਾ ਕੰਮ ਕਰਦਾ ਪਿਆ। ਹੁਣ ਚੌਥੇ ਪਦ ਵਿੱਚ ਦੇਖਦੇ ਹਾਂ, ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੁਆ। ਸਨਾਤਨ ਦਾ ਮਤਲਬ ਅਸੀਂ ਆਮ ਸੁਣਿਆ ਹੋਇਆ ਹੈ, ਇਸ ਦਾ ਮਤਲਬ ਹੈ ਸਭ ਤੋਂ ਪੁਰਾਣਾ, ਓਰੀਜਨਲ, ਜਿਹਨੂੰ ਅਸੀਂ ਪੰਜਾਬੀ ਵਿੱਚ ਮੂਲ ਕਹਿ ਦਿੰਦੇ ਹਾਂ। ਹੁਣ ਮਨ ਜਿਹੜਾ ਹੈ ਨਾ, ਕਿੱਥੋਂ ਆਇਆ ਹੈ, ਕਿਹਦਾ ਹਿੱਸਾ ਹੈ? ਰੱਬ ਤੋਂ ਆਇਆ ਹੈ, ਪਰਮਾਤਮਾ ਦੀ ਅੰਸ਼ ਹੈ। ਆ ਕੇ ਵਿਗੜਿਆ ਪਿਆ ਹੈ। ਕਿਵੇਂ ਵਿਗੜਿਆ ਹੈ? ਇਸ ਤੇ ਔਗਣ ਤੇ ਵਿਕਾਰ ਹਾਵੀ ਹੋ ਗਏ ਨੇ। ਉਹਨਾਂ ਦੇ ਹਾਵੀ ਹੋਣ ਕਰਕੇ ਇਹ ਆਪਣੀ ਜੋ ਨਾਰਮਲ ਜ਼ਿੰਦਗੀ ਤੋਂ ਉਲਟਿਆ ਪਿਆ ਹੈ। ਜਦੋਂ ਕਿ ਮੈਂ ਇਹਨਾਂ ਤੇ ਗ੍ਰਿਪ ਪਾਈ ਹੈ, ਜਦੋਂ ਦੀ ਮੈਂ ਇਹਨਾਂ ਤੇ ਗ੍ਰਿਪ ਪਾਈ ਹੈ, ਮੈਂ ਇਹਨਾਂ ਨੂੰ ਕੰਟਰੋਲ ਵਿੱਚ ਕਰ ਲਿਆ ਹੈ। ਇਹ ਮੇਰੇ ਉੱਤੇ ਚੜੇ ਪਏ ਸਨ, ਹੁਣ ਮੈਂ ਇਹਨਾਂ ਤੇ ਕਾਬੂ ਪਾ ਲਿਆ ਹੈ। ਰਿਜ਼ਲਟ ਕੀ ਹੋਇਆ ਹੈ? ਹੁਣ ਮੇਰਾ ਮਨ ਬਿਗੜੇ ਹੋਏ ਸਰੂਪ ਦੀ ਬਜਾਏ ਰੱਬੀ ਗੁਣਾ ਵਾਲਾ ਹੋ ਗਿਆ ਹੈ, ਸਨਾਤਨ ਹੁਆ। ਚੌਥੇ ਪਦ ਦੇ ਵਿੱਚ ਸ਼ਬਦ ਦਾ ਰਿਜ਼ਲਟ ਹੁੰਦਾ ਹੈ, ਤਬ ਜਾਣਿਆ ਜਬ ਜੀਵਤ ਮੁਆ। ਇਹ ਗੱਲ ਕਦ ਹੋਈ? ਤਦੋਂ ਹੋਈ ਹੈ ਜਦੋਂ ਪਰਿਵਾਰ ਵਿੱਚ, ਸਮਾਜ ਵਿੱਚ ਰਹਿੰਦਿਆਂ ਉਪਰਾਮ ਹੋਣ ਦੀ ਅਵਸਥਾ ਵਿੱਚ ਆ ਗਿਆ ਹਾਂ। ਸੰਸਾਰ ਵਿੱਚ ਵਿਚਰਦਿਆਂ, ਸਭ ਕੁਝ ਕਰਦਿਆਂ, ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੇ ਆਪ ਨੂੰ ਮਨ ਦੀਆਂ ਜੋ ਅੱਖੜ ਪੁਨੇ ਦੀਆਂ ਬਿਰਤੀਆਂ ਸਨ ਉਹਨਾਂ ਨੂੰ ਮਾਰ ਲਿਆ। ਜਦੋਂ ਏਦਾਂ ਕਰ ਲਿਆ ਤੇ ਫਿਰ ਟਿਕਾ ਵਿੱਚ ਆ ਗਿਆ। ਇਹ ਇੱਕ ਬੜੀ ਵਧੀਆ ਉਦਾਹਰਣ ਹੈ। ਜਦੋਂ ਅਸੀਂ ਸੋਨਾ ਸੁਨਿਆਰੇ ਕੋਲ ਲੈ ਕੇ ਜਾਂਦੇ ਹਾਂ ਤੇ ਕਹਿੰਦੇ ਹਾਂ ਕਿ ਇਸ ਦੀ ਕੋਈ ਚੀਜ਼ ਬਣਾ ਦੇ ਫਿਰ ਤੋਂ, ਤੇ ਉਹ ਸੋਨੇ ਨੂੰ ਪਹਿਲਾਂ ਉਠਾਲੀ ਵਿੱਚ ਪਾਉਂਦਾ ਹੈ ਤੇ ਥੱਲੇ ਆਗ ਬਾਲ ਦਿੰਦਾ ਹੈ। ਉਸ ਨਾਲ ਕੀ ਹੁੰਦਾ ਹੈ? ਸੋਨਾ ਪਿਘਲਣ ਲੱਗ ਜਾਂਦਾ ਹੈ। ਜਿਵੇਂ ਜਿਵੇਂ ਪਿਘਲਦਾ ਹੈ
ਤੇ ਬੁਲਬੁਲੇ ਨਿਕਲਦੇ ਹਨ। ਇਸ ਨੂੰ ਸੁਨਿਆਰਿਆਂ ਦੀ ਬੋਲੀ ਵਿੱਚ ਕਹਿੰਦੇ ਹਨ ਕਿ ਸੋਨਾ ਟੱਪਦਾ ਪਿਆ ਵੇ। ਜਿੰਨੀ ਦੇਰ ਤੱਕ ਬੁਲਬੁਲੇ ਨਿਕਲਦੇ ਹਨ ਉਨੀ ਦੇਰ ਤੱਕ ਉਹ ਆਗ ਬੁਝਾਉਂਦੇ ਨਹੀਂ, ਹੋਰ ਤੇਜ਼ ਕਰਦੇ ਹਨ। ਪਰ ਇੱਕ ਟਾਈਮ ਐਸਾ ਆਉਂਦਾ ਹੈ ਜਦ ਸੋਨੇ ਵਿੱਚੋਂ ਬੁਲਬੁਲੇ ਨਿਕਲਨੇ ਬੰਦ ਹੋ ਜਾਂਦੇ ਨੇ ਤੇ ਸੋਨਾ ਟਿਕ ਜਾਂਦਾ ਹੈ। ਭਾਵੇਂ ਤੇਜ਼ ਆਗ ਬਲਦੀ ਪਈ ਹੁੰਦੀ ਹੈ, ਪਰ ਜਦੋਂ ਸੁਨਿਆਰਾ ਦੇਖਦਾ ਹੈ ਕਿ ਬੁਲਬੁਲੇ ਨਿਕਲਨੇ ਬੰਦ ਹੋ ਗਏ ਨੇ, ਉਹ ਆਗ ਬੁਝਾ ਦਿੰਦਾ ਹੈ। ਤੇ ਸੋਨੇ ਨੂੰ ਅੱਗ ਦੇਣਾ ਕੀ ਹੈ? ਤਕਲੀਫ ਦੇਣਾ ਹੈ ਨਾ। ਇੰਪਿਉਰਿਟੀਜ਼ ਸੇਕ ਇਹ ਸਹਿ ਨਹੀਂ ਸਕਦੀ ਨਾ, ਤੇ ਪਾਪ ਬਣ ਕੇ ਬਾਹਰ ਨਿਕਲਦੀਆਂ ਹਨ। ਜਿਸ ਵਕਤ ਸਾਰੀਆਂ ਇੰਪਿਉਰਿਟੀਜ਼ ਖਤਮ ਹੋ ਜਾਂਦੀਆਂ ਹਨ, ਅੱਗ ਬੰਦ ਕਰ ਦਿੰਦਾ ਹੈ। ਸੁਨਿਆਰੇ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਸੋਨਾ ਸ਼ੁੱਧ ਹੋ ਗਿਆ ਹੈ। ਅੱਗ ਬੁਝਾ ਦਿੰਦਾ ਹੈ, ਦੁੱਖ ਬੰਦ ਹੋ ਜਾਂਦੇ ਨੇ। ਜਦੋਂ ਅਸੀਂ ਇਹ ਦੂਜੀ ਪੰਕਤੀ ਦੇਖਦੇ ਹਾਂ, ਤਬ ਜਾਣਿਆ ਜਬ ਜੀਵਤ ਮੁਆ। ਜਿਉਂਦੇ ਜੀ ਸਮਾਜ ਵਿੱਚ ਰਹਿੰਦਿਆਂ ਹੋਇਆਂ ਵਿਕਾਰਾਂ ਵੱਲੋਂ, ਸੰਸਾਰ ਵੱਲੋਂ ਆਪਣੇ ਮਨ ਨੂੰ ਮਾਰ ਲੈਣਾ, ਤਾਂ ਜੀਵਨ ਮਿਲਦਾ ਹੈ। ਰੱਬ ਤੱਕ ਅਸੀਂ ਕਿਵੇਂ ਪਹੁੰਚਣਾ ਹੈ? ਅਖੀਰਲੀਆਂ ਪੰਕਤੀਆਂ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹੋ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ। ਕਬੀਰ ਜੀ ਕਹਿੰਦੇ ਹਨ, ਇਸ ਤਰੀਕੇ ਨਾਲ ਜਦੋਂ ਮੈਂ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਲਿਆ, ਵਿਕਾਰਾਂ ਵੱਲੋਂ ਮਾਰ ਲਿਆ, ਔਗੁਣਾਂ ਵੱਲੋਂ ਮਾਰ ਲਿਆ, ਹੰਕਾਰ ਵੱਲੋਂ ਮਾਰ ਲਿਆ, ਸੰਸਾਰ ਵੱਲੋਂ ਮਾਰ ਲਿਆ, ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਿਭਾਉਂਦਾ ਪਿਆ ਹਾਂ, ਪਰ ਲਿਬੜਿਆ ਹੋਇਆ ਨਹੀਂ, ਖਚਤ ਨਹੀਂ ਹੋਇਆ। ਹੁਣ ਮੈਂ ਸੁਖ ਦੀ ਅਵਸਥਾ ਵਿੱਚ ਹਾਂ, ਸਹਿਜ ਦੀ ਅਵਸਥਾ ਵਿੱਚ ਹਾਂ। ਇਸ ਕਰਕੇ ਨਾ ਮੈਂ ਕਿਸੇ ਕੋਲੋਂ ਡਰਦਾ, ਵਿਕਾਰਾਂ ਤੋਂ, ਔਗੁਣਾਂ ਤੋਂ, ਜਾਂ ਹੋਰ ਕੋਈ ਕਿਸੇ ਕਿਸਮ ਦੀ ਸਿਚੁਏਸ਼ਨ ਸਾਹਮਣੇ ਆ ਜਾਂਦੀ ਹੈ ਤੇ ਮੇਰੇ ਅੰਦਰ ਹੁਣ ਪੈ ਨਹੀਂ ਰਿਹਾ, ਕਿਉਂਕਿ ਮੇਰਾ ਮਨ ओरिजिनल कंडीशन ਵਿੱਚ ਹੋ ਗਿਆ ਹੈ। ਰੱਬ ਜੀ ਨਿਰਭੈ ਨੇ, ਮੈਂ ਵੀ ਨਿਰਭੈ ਹਾਂ। ਰੱਬ ਜੀ ਨਿਰਵੈਰ ਹਨ, ਉਹ ਕਿਸੇ ਤੇ ਮੈਂ ਵੀ ਨਿਰਵੈਰ ਹੋ ਗਿਆ ਹਾਂ। ਮੈਂ ਨਾ ਕਿਸੇ ਤੋਂ ਤੇ ਰੌਬ ਪਾਉਂਦਾ ਹਾਂ ਤੇ ਨਾ ਕਿਸੇ ਦਾ ਰੌਬ ਸਹਿਨ ਕਰਦਾ ਹਾਂ, ਤੇ ਡਰਨਾ ਹਾਂ ਤੇ ਨਾ ਡਰਾਨਾ ਹਾਂ। ਮੈਂ ਅਣਖ ਵਾਲੀ ਜ਼ਿੰਦਗੀ ਜਿਉਂਦਾ ਹਾਂ। ਕਿ ਇਸ ਤਰ੍ਹਾਂ ਦੀਆਂ ਗੱਲਾਂ ਜ਼ਿੰਦਗੀ ਵਿੱਚ ਅਸੀਂ ਸਤਿਗੁਰ ਪਾਤਸ਼ਾਹ ਕੋਲੋਂ ਕਦੀ ਸਿੱਖਣ ਦਾ ਯਤਨ ਕੀਤਾ ਹੈ? ਬਾਣੀ ਸਾਨੂੰ ਕਿਸ ਤਰ੍ਹਾਂ ਜ਼ਿੰਦਗੀ ਵਿੱਚ ਪਿਓਰੈਸਟ ਲੈਵਲ ਦੀ ਜ਼ਿੰਦਗੀ ਜਿਉਣਾ ਸਿਖਾਉਂਦੀ ਹੈ। ਬਾਣੀ ਵਾਲੇ ਜੀਵਨ ਦੀ ਕਮਾਈ ਕਰਨੀ ਸੌਖੀ ਨਹੀਂ ਹੈ, ਪਰ ਮਨ ਨੂੰ ਮਾਰਨਾ ਪੈਂਦਾ ਹੈ। ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਜ਼ਿੰਦਗੀ ਬਿਤਾਨੀ ਪੈਂਦੀ ਹੈ। ਜੋਗੀਆਂ ਦੀ ਤਰ੍ਹਾਂ ਉਹ ਘਰ-ਬਾਰ ਤਿਆਗ ਕੇ, ਜਿਵੇਂ ਉਹ ਕਹਿੰਦੇ ਨੇ, ਇਸਤਰੀ ਜਾਂ ਘਰ ਤਾਂ ਜ਼ਹਿਰ ਹੈ, ਅਸੀਂ ਤਾਂ ਨੇੜੇ ਨਹੀਂ ਟੁਕਣਾ। ਇਸ ਤਰ੍ਹਾਂ ਰੱਬ ਵਾਲੇ ਰਸਤੇ ਤੇ ਚੱਲਣ ਵਾਲਾ ਮਨੁੱਖ ਨਹੀਂ ਕਹਿੰਦਾ। ਘਰ ਪਰਿਵਾਰ ਵਿੱਚ, ਸਮਾਜ ਵਿੱਚ ਰਹਿੰਦਿਆਂ ਸੁਚੱਜੀ ਜ਼ਿੰਦਗੀ ਜਿਉਂਦਾ ਹੈ, ਪਰ ਇਸ ਵਿੱਚ ਲਿਬੜਦਾ ਨਹੀਂ, ਖਚਤ ਨਹੀਂ ਹੁੰਦਾ ਹੈ, ਤੇ ਨਾ ਹੀ ਕਿਸੇ ਤੇ ਆਪਣਾ ਰੌਬ ਪਾ ਕੇ ਹਾਵੀ ਹੁੰਦਾ ਹੈ, ਤੇ ਨਾ ਹੀ ਕਿਸੇ ਦੇ ਦਬਾਅ ਥੱਲੇ ਆਉਂਦਾ ਹੈ। ਜਿਸ ਵਕਤ ਇਹ ਅਵਸਥਾ ਬਣ ਜਾਂਦੀ ਹੈ, ਤਾਂ ਸਮਝ ਆਉਂਦੀ ਹੈ ਸਰਬ ਕੁਸ਼ਲ ਦੀ ਅਵਸਥਾ। ਇਹ ਹੈ ਸਰਬ ਕੁਸ਼ਲ ਦੀ ਅਵਸਥਾ। ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ, ਸ਼ਾਂਤ ਭਈ ਜਬ ਗੋਬਿੰਦ ਜਾਣਿਆ ਰਹਾਓ। ਰੱਬ ਨੂੰ ਪਛਾਣਨ ਦਾ, ਜਾਣਨ ਦਾ ਤਰੀਕਾ ਹੀ ਇਹ ਹੈ, ਜਦੋਂ ਮੈਂ ਵਿਕਾਰਾਂ ਨੂੰ ਸਾਂਭ ਸਕਾਂ, ਜਦੋਂ ਦੁੱਖ ਤੇ ਸੁੱਖ ਸਮ ਕਰਕੇ ਪ੍ਰਤੀਤ ਹੋਣ, ਜਦੋਂ ਮੈਂ ਆਪਣੇ ਮਨ ਨੂੰ ਜਿਉਂਦੇ ਜੀ ਮਾਰ ਲਵਾਂ, ਜਦੋਂ ਮੈਂ ਸਰੀਰਕ, ਮਾਨਸਿਕ ਤੇ ਅਧਿਆਤਮਕ ਤਿੰਨਾਂ ਤੋਂ ਉੱਪਰ ਉੱਠ ਜਾਵਾਂ, ਆਦਿ ਵਿਆਦ ਤੇ ਉਪਾਦ ਜਿਸ ਨੂੰ ਕਹਿੰਦੇ ਹਨ, ਫਿਰ ਮੈਂ ਰੱਬ ਰੂਪ ਹੋ ਜਾਂਦਾ ਹਾਂ, ਸਨਾਤਨ ਹੋ ਜਾਂਦਾ ਹਾਂ। ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।